सतगुर की जिसनु मत आवे सो सतगुर माहे समाना। एह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन माने। पर तख गुरु निस्तारे। बाणी बिरलो विचार सी जे को गुरमुख होए। एह बाणी महापुरख की निज कर वासा होए। सलोक महला दूजा अठी पहरी अठ खंड। नावा खंड शरीर तिस विच नानिद नाम एक। पालै गुणी गहीर करमवंती सलाहिया। नानक कर गुर पीर चौथे पहर सबा के। सुरतियाँ उपज जाओ तिना दरियावां स्यों दोसती। मन मुख सचा नाम ओथै अमृत वंडिए। करमी होए पसाओ कंचन काया कसिय। वनी चढ़ चढ़ाओ जे होवे नदर सराफ की। बहुड़ न पाई ताओ सती पहरी सत भला।
ਬਹੀਐ ਪੜਿਆ ਪਾਸ ਉਥੈ ਪਾਪ ਪੁੰਨ ਵਿਚਾਰੀਐ ਕੂੜੈ ਕੱਢੈ ਰਾਸ ਉਥੈ ਖੋਟੇ ਸਟੀਐ ਖਰੇ ਕੀਚੈ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹਿਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤ ਗੁਰ ਦਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤ ਗੁਰ ਤੁਠੈ ਨਾਮ ਪ੍ਰੇਮ ਰਹਸਿਆ ਸਚੈ ਦੈ ਦੀਵਾਨ ਕੂੜ ਨ ਜਾਈਐ ਝੂਠ ਝੂਠ ਵਖਾਣ ਸੋ ਮਹਿਲ ਖੁਆਈਐ ਸਚੈ ਸ਼ਬਦ ਨਿਸ਼ਾਨ ਠਾਕ ਨ ਪਾਈਐ ਸਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸਚ ਸੁਣ ਬੁਝ ਵਖਾਣ ਮਹਿਲ ਬੁਲਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਮਾਂਝ ਕੀ ਵਾਰ ਦੀ 18ਵੀਂ ਪੌੜੀ ਉਸ ਦੇ ਨਾਲ ਦਰਜ 2 ਸ਼ਲੋਕ ਜੋ 146-47 ਅੰਗ ਤੇ ਦਰਜ ਹਨ। ਇਸ ਦੀ ਵਿਚਾਰ
ਭਾਈ ਬਲਦੇਵ ਸਿੰਘ ਜੀ ਓਗਰਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 23 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ, ਜਿੱਥੇ ਸਾਰੇ ਸੰਸਾਰ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗਣੀਆਂ ਨੇ। ਆਪ ਜੀ ਨੇ ਸੇਵਾ ਕਰਨੀ ਹੈ। ਉੱਥੇ ਜਿਸ ਨੂੰ ਵੀ ਆਪ ਜੀ ਜਲ ਛਕਾਓ, ਉਸ ਨੂੰ ਇੱਕ ਛੋਟਾ ਜਿਹਾ ਪੈਂਫਲੇਟ, ਇੱਕ ਛੋਟਾ ਜਿਹਾ ਪਰਚਾ, ਭਾਵੇਂ ਉਹਦੇ 2 ਹੀ ਵਰਕੇ 2 ਹੀ ਪੇਜ ਹੋਣ, ਇਹ ਜ਼ਰੂਰ ਦੱਸੋ ਕਿ ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਕਿਉਂ ਦਿੱਤੀ, ਕਿੱਥੇ ਦਿੱਤੀ, ਉਹਦੇ ਕਾਰਨ, ਔਰ ਇਸ ਸ਼ਹਾਦਤ ਦਾ ਸੰਦੇਸ਼ ਕੀ ਹੈ, ਸੁਨੇਹਾ ਕੀ ਹੈ, ਗੁਰੂ ਜੀ ਦਾ ਉਪਦੇਸ਼ ਕੀ ਹੈ, ਇਹਦੇ ਤੋਂ ਸੰਸਾਰ ਨੂੰ ਕੀ ਮਾਰਗਦਰਸ਼ਨ ਗੁਰੂ ਜੀ ਨੇ ਬਖਸ਼ਿਆ। ਇਹ ਵੀ ਸਾਡੀ ਡਿਊਟੀ ਬਣਦੀ ਹੈ। ਐਵੇਂ ਕਹੀ ਜਾਣਾ ਜਲ ਛਕ ਲਓ ਜੀ, ਮਿੱਠਾ ਜਲ ਛਕ ਲਓ ਜੀ। ਮਿੱਠਾ ਜਲ ਛਕਾਉਣਾ ਸਾਡੀ ਡਿਊਟੀ ਨਹੀਂ ਹੈ। ਸਾਡੀ ਡਿਊਟੀ ਗੁਰੂ ਦਾ ਸੁਨੇਹਾ ਦੇਣਾ ਹੈ। ਉਹਦੇ ਵਾਸਤੇ ਅਸੀਂ ਕਰੋੜਾਂ ਰੁਪਈਆ ਖਰਚਦੇ ਹਾਂ, ਔਰ ਇਹ ਤਾਂ ਹੀ ਵਰਤ ਹੈ ਜੇ ਦੁਨੀਆ ਨੂੰ ਇਤਿਹਾਸ ਦੱਸਿਆ ਜਾਏ, ਹਿਸਟਰੀ ਦੱਸੀ ਜਾਏ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਆਪ ਜੀ ਕੋਈ ਵੀ ਸੇਵਾ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਕਿਰਪਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਕਿਰਪਾਸ ਨਾ ਪਰਿਆ ਰੇ। ਜੁਗ ਹੋ ਜੁਗ ਅਟਲ, ਖੰਡਾਂ ਬ੍ਰਹਮੰਡਾਂ ਦੀ ਮਾਲਕ, ਵਾਲੀ ਕੁਲ ਆਲਮ, ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ। ਸ਼ਬਦ ਗੁਰੂ ਸ਼ਬਦਾ ਅਵਤਾਰ, ਬਾਣੀ ਦੇ ਬੋਹਿਥ, ਕਲਯੁਗ ਦੀ ਜਹਾਜ਼, ਖੇਵਟ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ
ਚਰਨ ਛੋਹ ਸਥਾਨ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਕੇ ਸਾਹਿਬ ਜੀ ਦੇ ਦਰ ਕਰਦੀਆਂ ਅਸੀਸਾਂ ਬਖਸ਼ਿਸ਼ਾਂ ਰਹਿਮਤਾਂ ਦੀ ਪਾਤਰ ਬਣ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ, ਇਹਨਾਂ ਪਾਵਨ ਪਵਿੱਤਰ ਇਤਿਹਾਸਕ ਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜੋ ਲੜੀਵਾਰ ਗੁਰਬਾਣੀ ਵਿਚਾਰ ਚੱਲਦੀ ਆ ਰਹੀ ਹੈ, ਇਸੇ ਲੜੀ ਤਹਿਤ ਆਪ ਸਰਬੱਤ ਸੰਗਤਾਂ ਨੇ ਹੁਣੇ ਜੋ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਮੁਬਾਰਕ ਮੁਖ ਤੋਂ ਸ਼ਬਦ ਸਰਵਣ ਕੀਤਾ ਹੈ, ਤਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਆਓ ਲੜੀਵਾਰ ਗੁਰ ਸ਼ਬਦ ਵਿਚਾਰ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਅਸੀਸ ਦੇ ਪਾਤਰ ਬਣਦੇ ਹਾਂ। ਰਸਨਾ ਦੀ ਸਾਂਝ ਬਣਾਉਂਦੇ ਹਾਂ। ਇੱਕੋ ਵਾਰੀ ਕਹਿਣ 'ਤੇ ਸਾਰੇ ਗੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਪਵਿੱਤਰ ਲੜੀਵਾਰ ਸ਼ਬਦ ਮਾਝ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੀ ਹੋਈ ਵਾਰ ਦੇ ਵਿੱਚੋਂ ਹੈ ਅਤੇ 18ਵੀਂ ਪੌੜੀ ਦੇ ਨਾਲ 2 ਸ਼ਲੋਕ ਦਰਜ ਹਨ ਔਰ ਇਹ ਦੋਵੇਂ ਸ਼ਲੋਕ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੇ ਹੋਏ ਹਨ। ਪਹਿਲੇ ਸ਼ਲੋਕ ਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਬੜੀ ਪਿਆਰੀ ਸੇਧ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼ਲੋਕ ਮਹੱਲਾ ਦੂਜਾ। ਅੱਠੀ ਪਹਿਰੀ 8 ਖੰਡ ਨਾਵਾ ਖੰਡ ਸਰੀਰ, ਤਿਸ ਵਿੱਚ 9 ਨਿਧ ਨਾਮ ਏਕ ਭਾਲੇ ਗੁਣੀ ਗਹੀਰ। ਜਿਵੇਂ ਕਿ ਧਰਤੀ ਦੇ 8 ਖੰਡ 9 ਖੰਡ ਜਿਹੜੇ ਨੇ ਉਹ ਮੰਨੇ ਜਾਂਦੇ ਹਨ, ਤੇ ਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਸਾਨੂੰ ਸੰਸਾਰਿਕ ਜੀਵਾਂ ਨੂੰ ਇਹ ਸੇਧ ਬਖਸ਼ਿਸ਼ ਕੀਤੀ ਹੈ ਵੀ ਆਪਾਂ ਇੰਝ ਸਮਝ ਲਈਏ ਕਿ ਆਹ ਸਰੀਰ ਵੀ ਇੱਕ ਧਰਤੀ ਹੈ ਔਰ ਇਹ ਸਰੀਰ ਰੂਪੀ ਧਰਤੀ ਦੇ ਅੰਦਰ 9ਵਾਂ ਖੰਡ ਜਿਹੜਾ ਉਹ ਸਾਡਾ ਸਰੀਰ ਹੈ। ਜਿਵੇਂ ਭਗਤ ਪੀਪਾ ਜੀ ਦੇ ਮੁਬਾਰਕ ਬਚਨ ਆਪਾਂ ਪੜ੍ਹਦੇ ਹਾਂ, ਉਹ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਭਾਵ ਕਿ ਜੋ ਬ੍ਰਹਮੰਡ ਦੇ ਵਿੱਚ ਹੈ ਉਹ ਸਾਡੇ ਸਰੀਰ ਰੂਪੀ ਪਿੰਡ ਦੇ ਵਿੱਚ ਵੀ ਹੈ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਬਖਸ਼ਿਸ਼ ਕਰ ਰਹੇ ਹਨ ਕਿ ਜੇ ਆਪਾਂ ਇੰਝ ਸਮਝ ਲਈਏ ਕਿ ਸਾਰੀ ਧਰਤੀ ਸਰੀਰ ਰੂਪੀ ਇਹਦੇ 8 ਖੰਡ ਨੇ ਤੇ 9ਵਾਂ ਖੰਡ ਸਾਡਾ ਸਰੀਰ ਹੈ, ਤੇ ਆਪਾਂ ਇਹ 9 ਖੰਡਾਂ ਦੇ ਵਿੱਚ 8 ਪੈਰ ਇਹ ਸਰੀਰ ਰੂਪੀ ਖੇਤੀ ਦੇ ਵਿੱਚ ਬੀਜ ਕਿਹੜਾ ਬੀਜਦੇ ਆ, ਵੀ ਆਪਾਂ ਕਰਮ ਕਿਹੜੇ ਕਰਦੇ ਆ, ਜਿਹੜੇ ਕਰਮਾਂ ਦੇ ਕਾਰਨ ਅਸੀਂ, ਕਿਉਂਕਿ ਖੇਤ ਸਰੀਰ ਜੋ ਬੀਜੀ ਹੈ ਅੰਤ ਖਲੋਆ ਆਏ, ਕਿ ਜੋ ਆਪਾਂ ਬੀਜ ਸਰੀਰ ਰੂਪੀ ਖੇਤ ਦੇ ਵਿੱਚ ਬੀਜਾਂਗੇ ਉਹੀ ਬੀਜ ਜਿਹੜਾ ਉਹ ਸਾਨੂੰ ਅਖੀਰ ਵੇਲੇ ਉਹਦਾ ਫਲ ਪ੍ਰਾਪਤ ਹੋਵੇਗਾ। ਜਿਹੋ ਜਿਹਾ ਬੀਜ ਬੀਜਾਂਗੇ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਰੀਰ ਰੂਪੀ ਖੇਤ ਦੇ ਅੰਦਰ 8 ਪੈਰ, ਭਾਵ ਕਿ ਹਰ ਵਕਤ ਮਨੁੱਖ ਨੂੰ ਕਿਹੋ ਜਿਹਾ ਬੀਜ ਆਪਣੇ ਜੀਵਨ ਦੇ ਵਿੱਚ ਬੀਜਣਾ ਚਾਹੀਦਾ, ਉਸ ਬੀਜ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ ਨੇ, 8 ਪਹਿਰੀ 8 ਖੰਡ। ਜਿਵੇਂ 8 ਪੈਰ ਸਾਧ ਸੰਗਤ ਜਿਹੜੇ ਨੇ ਉਹ ਮੰਨੇ ਜਾਂਦੇ ਨੇ, 4 ਪੈਰ ਦਿਨ ਦੇ ਅਤੇ 4 ਪੈਰ ਰਾਤ ਦੇ। ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਾਧ ਸੰਗਤ ਸ਼ਾਮ ਦੇ ਰਾਤ ਦੇ ਪੈਰਾਂ ਦੀ ਆਰੰਭਤਾ ਹੋ ਜਾਂਦੀ ਹੈ, ਤੇ ਪਹਿਲਾ ਪੈਰ ਜਿਹੜਾ ਉਹ ਸਵੇਰੇ 6 ਵਜੇ ਤੋਂ ਆਰੰਭ ਹੋ ਜਾਂਦਾ ਹੈ। ਸ਼ਾਮ ਨੂੰ ਇੰਝ ਕਹਿ ਦਈਏ ਜਿਵੇਂ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪੈਰ, 9 ਵਜੇ ਤੋਂ ਲੈ ਕੇ 12 ਵਜੇ ਤੱਕ ਦੂਸਰਾ ਪੈਰ, 12 ਵਜੇ ਤੋਂ ਲੈ ਕੇ 3 ਵਜੇ ਤੱਕ ਤੀਸਰਾ ਪੈਰ, ਤੇ ਚੌਥਾ ਪੈਰ ਸ਼ਾਮ ਦੇ 6 ਵਜੇ ਤੱਕ। ਇਸੇ ਤਰ੍ਹਾਂ 4 ਪੈਰ ਰਾਤ ਦੇ ਮੰਨੇ ਜਾਂਦੇ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਨੇ ਵੀ ਇਹ 8 ਪਹਿਰਾਂ ਦੇ ਅੰਦਰ ਇਹ ਮਨੁੱਖ ਆਪਣੇ ਸਰੀਰ ਰੂਪੀ ਖੇਤ ਦੇ ਅੰਦਰ ਬੀਜ ਕਿਹੜਾ ਬੀਜਦਾ ਹੈ, ਤੇ ਕਿਵੇਂ ਕਿਵੇਂ ਇਸ ਮਨੁੱਖ ਨੂੰ ਆਪਣੇ ਸਰੀਰ ਰੂਪੀ ਖੇਤ ਦੇ ਅੰਦਰ ਬੀਜ ਬੀਜਣ ਵਾਸਤੇ ਕਿਹੜੇ ਪੈਰ ਦੇ ਅੰਦਰ ਕਿਹੜਾ ਕਾਰਜ ਕਰਨਾ ਚਾਹੀਦਾ,
ਇਹ ਉਪਦੇਸ਼ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਜ ਦੇ ਮੁਬਾਰਕ ਸ਼ਬਦ ਵਿੱਚ ਬਚਨ ਬਖਸ਼ਿਸ਼ ਕਰ ਰਹੇ ਹਨ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ। ਹੁਣ ਸਾਧ ਸੰਗਤ, ਜਿਵੇਂ 8 ਪੈਰ ਦਾ ਸਾਡੇ ਕੋਲ ਸਮਾਂ ਹੋਵੇ ਤੇ 8 ਪੈਰਾਂ ਦੇ ਅੰਦਰ ਮਨੁੱਖ ਜਿਹੜਾ ਉਹ ਸਾਰੀ ਧਰਤੀ ਦੇ ਅੰਦਰ, ਕਿਉਂਕਿ ਕੋਈ ਕਿਸੇ ਪ੍ਰਕਾਰ ਦਾ ਵਣਜ ਕਰਦਾ ਤੇ ਕੋਈ ਕਿਸੇ ਪ੍ਰਕਾਰ ਦਾ ਵਣਜ ਕਰਦਾ। ਹੁਣ ਇਹ ਸਾਰੀ ਧਰਤੀ ਦੇ ਅੰਦਰ ਜਿਹੜੇ ਜੀਵ ਨੇ ਉਹ ਕਿਹੜੇ ਕਿਹੜੇ ਪ੍ਰਕਾਰ ਦਾ ਵਣਜ ਕਰਦੇ ਨੇ। ਕੋਈ ਮਨੁੱਖ ਜਿਹੜਾ ਉਹ ਕੱਚ ਦਾ ਵਪਾਰ ਕਰਦਾ ਤੇ ਕੋਈ ਕੰਚਣ ਦਾ ਵਪਾਰ ਕਰਦਾ, ਕੋਈ ਹੀਰਿਆਂ ਦਾ ਵਪਾਰ ਕਰਦਾ ਤੇ ਕੋਈ ਲਾਲਾਂ ਦਾ ਵਪਾਰ ਕਰਦਾ। ਪਰ ਇਸ 8 ਪੈਰਾਂ ਦੇ ਅੰਦਰ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਵਣਜ ਕਿਹੋ ਜਿਹਾ ਕਰਨਾ ਹੈ। ਗੁਰੂ ਸਾਹਿਬ ਜੀ ਨੇ ਇਸ ਦੇ ਪਰਥਾਏ ਅੰਮ੍ਰਿਤਮਈ ਬਚਨ ਵੀ ਉਚਾਰਨ ਕੀਤੇ ਨੇ। ਵਣਜ ਕਰੋ ਵਣਜਾਰਿਓ ਵਖਰ ਲਿਹੂ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਵੀ ਇਹਨਾਂ 8 ਪੈਰਾਂ ਦੇ ਅੰਦਰ ਮਨੁੱਖ ਨੂੰ ਉਹ ਵਸਤੂ ਸੰਸਾਰ ਤੇ ਇਕੱਤਰ ਕਰਨੀ ਚਾਹੀਦੀ ਜਿਹੜੀ ਇਹਦੇ ਨਾਲ ਜੀਵਨ ਦੇ ਅਖੀਰ ਵੇਲੇ ਸਾਥ ਨਿਭ ਸਕੇ। ਹੁਣ ਸਾਥ ਕੀ ਨਿਭੇਗਾ ਸਾਧ ਸੰਗਤ? ਵਿਚਾਰ ਤੇ ਇਹ ਵੀ ਕਰਨਯੋਗ ਹੈ ਕਿ ਜਦੋਂ ਮਨੁੱਖ ਸੰਸਾਰ ਰੂਪੀ ਸਾਗਰ ਤੋਂ ਚਲਾ ਜਾਂਦਾ, ਆਪਾਂ ਕਹਿੰਦੇ ਸਾਰਾ ਕੁਝ ਮਨੁੱਖ ਦਾ ਧਰਿਆ ਧਰਾਇਆ ਇੱਥੇ ਦਾ ਇੱਥੇ ਰਹਿ ਜਾਂਦਾ, ਔਰ ਕੇਵਲ ਤੇ ਕੇਵਲ ਮਨੁੱਖ ਦੇ ਕੀਤੇ ਹੋਏ ਕਰਮ ਜਿਹੜੇ ਨੇ ਉਹਨਾਂ ਦਾ ਫਲ ਹੀ ਅਖੀਰ ਵੇਲੇ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਜੇ ਚੰਗੇ ਕਰਮ ਕੀਤੇ ਹੋਣਗੇ ਤੇ ਚੰਗਾ ਫਲ ਪ੍ਰਾਪਤ ਹੋਵੇਗਾ, ਮਾੜੇ ਕਰਮ ਕੀਤੇ ਹੋਣਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਵੀ ਇੱਦਾਂ ਪਾਪ ਕਰਮ ਕਰਨ ਵਾਲਿਆਂ ਨੂੰ ਰੱਬ ਦੇ ਘਰ ਦੇ ਅੰਦਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਧਰਮਰਾਜ ਵੱਲੋਂ। ਜਿਹੜੇ ਚੰਗੇ ਕਰਮ ਕਰਦੇ ਨੇ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਥਾਨ ਪ੍ਰਾਪਤ ਹੋ ਜਾਂਦਾ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਹੁਣ ਵੇਖੋ ਇਹ 8 ਪੈਰਾਂ ਦੇ ਅੰਦਰ ਮਨੁੱਖ ਨੇ ਜੇ ਕਿਤੇ ਆਪਣੇ ਸਰੀਰ ਰੂਪੀ ਖੇਤ ਦੇ ਅੰਦਰ ਚੰਗਾ ਬੀਜ ਬੀਜਣ ਵਾਸਤੇ ਭਾਲ ਕਰਨੀ ਹੋਵੇ ਤੇ ਇਹਨੂੰ ਸੰਸਾਰ ਦੇ ਅੰਦਰ ਕੀ ਲੱਭਣਾ ਚਾਹੀਦਾ, ਕੀ ਭਾਲਣਾ ਚਾਹੀਦਾ। ਔਰ ਸਾਧ ਸੰਗਤ ਆਪਾਂ ਸਾਰੇ ਜਾਣਦੇ ਹਾਂ, ਤਿਸ ਵਿੱਚ ਨੌ ਨਿਧ ਨਾਮ ਏਕ। ਹੁਣ ਸੰਸਾਰ ਰੂਪੀ ਸਾਗਰ ਦੇ ਅੰਦਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਨੇ ਅੰਮ੍ਰਿਤ ਰੂਪੀ ਨਾਮ ਦਾ ਖਜ਼ਾਨਾ ਵੀ ਰੱਖਿਆ ਹੋਇਆ। ਦੁਨਿਆਵੀ ਵਸਤੂਆਂ ਵੀ ਥਾਂ ਪਰ ਥਾਂ ਦੇ ਉੱਤੇ ਰੱਬ ਨੇ ਟਿਕਾਈਆਂ ਹੋਈਆਂ ਨੇ। ਬਾਜ਼ਾਰ ਵੀ ਸੰਸਾਰ ਵਿੱਚ ਬਣੇ ਹੋਏ ਨੇ, ਵਪਾਰ ਵੀ ਸੰਸਾਰ 'ਤੇ ਬਣੇ ਹੋਏ ਨੇ। ਪਰ ਜਿਹੜੇ ਗੁਰਮੁਖ ਜਨ ਨੇ ਉਹ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਵਪਾਰ ਕਰਦੇ ਨੇ। ਵਪਾਰੀ ਤਾਂ ਉਹ ਵੀ ਨੇ ਸਾਧ ਸੰਗਤ। ਦੁਨੀਆ ਦੇ ਕਾਰੋਬਾਰ ਨੂੰ ਕਰਨ ਵਾਸਤੇ ਗੁਰਮੁਖ ਜਨ ਵੀ ਦੁਨੀਆ ਦੇ ਉੱਤੇ ਉਪਰਾਲਾ ਕਰਦੇ ਨੇ, ਕਿਉਂਕਿ ਸਾਡੇ ਗੁਰੂ ਦਾ ਸੰਦੇਸ਼ ਹੈ ਕਿ ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਦਿਆਂ ਹਰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਕਿ ਅੰਮ੍ਰਿਤ ਵੇਲੇ ਉੱਠ ਕੇ ਮਨੁੱਖ ਨੇ ਵਪਾਰ ਵੀ ਕਰਨਾ ਹੈ, ਪਰ ਵਪਾਰ ਕਿਹਦਾ ਕਰਨਾ ਹੈ? ਸਭ ਤੋਂ ਪਹਿਲਾਂ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਵਪਾਰ ਕਰਨਾ। ਬੜੇ ਬੜੇ ਦੁਨੀਆ ਦੇ ਉੱਤੇ ਕਾਰੋਬਾਰੀ ਨੇ ਜਿਹੜੇ ਸਵੇਰੇ ਉੱਠਦਿਆਂ ਸਾਰੀ ਆਪਣੀਆਂ ਫੈਕਟਰੀਆਂ ਵਿੱਚ ਚਲਾ ਜਾਂਦੇ, ਪਰ ਉਹਨਾਂ ਦਾ ਵਪਾਰ ਕੇਵਲ ਤੇ ਕੇਵਲ ਦੁਨਿਆਵੀ ਵਪਾਰ ਹੈ। ਦੁਨੀਆ ਦੇ ਉੱਤੇ ਉਹ ਵੀ ਵਪਾਰੀ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ 'ਤੇ ਚੱਲ ਕੇ ਆ ਜਾਂਦੇ, ਜਿਹੜੇ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਕੀਮਤੀ ਖਜ਼ਾਨੇ ਦੀ ਜਿਹੜੀ ਹੈ ਉਹ ਸੰਸਾਰ ਦੇ ਉੱਤੇ ਪ੍ਰਾਪਤੀ ਕਰਦੇ ਨੇ। ਜੇ ਇੱਕ ਗੁਰਮੁਖ ਜਨ ਨੇ ਅੰਮ੍ਰਿਤ ਵੇਲੇ ਗੁਰੂ ਦੇ ਦਰ 'ਤੇ ਆ ਕੇ ਹਾਜ਼ਰੀ ਭਰ ਕੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਨੂੰ ਵਿਹਾਜ ਲਿਆ ਨਾ, ਸਮਝ ਲੈਣਾ ਭਾਵੇਂ ਉਹ ਦਿਹਾੜੀ ਦੇ ਅੰਦਰ ਲੱਖਾਂ ਰੁਪਈਏ ਵੀ ਕਮਾ ਲਵੇ ਨਾ, ਉਹਦੇ ਲੱਖਾਂ ਵੀ ਉਹਦੇ ਅੰਮ੍ਰਿਤ ਵੇਲੇ ਦੇ ਇੱਕ ਘੜੀ ਦਾ ਬਰਾਬਰਤਾ ਨਹੀਂ ਕਰ ਸਕਦੇ। ਇਹ ਏਡਾ ਵੱਡਾ ਕੀਮਤੀ ਖਜ਼ਾਨਾ ਆਪਾਂ ਅੰਮ੍ਰਿਤ ਵੇਲੇ ਆ ਕੇ ਗੁਰਮੁਖ ਜਨ ਗੁਰੂ ਦੇ ਦਰ ਤੋਂ ਪ੍ਰਾਪਤ ਕਰਦੇ। ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਸ਼ਲੋਕ ਵਿੱਚ ਇਹ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਨੇ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ। ਪਰ ਇਹ ਸੰਸਾਰ ਰੂਪੀ ਸਾਗਰ ਦੇ ਅੰਦਰ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਵੀ ਹੈ, ਜਿਹੜਾ 9 ਖਜ਼ਾਨਿਆਂ ਦਾ। ਆਪਾਂ ਬਚਨ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਘਰ 9 ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ। ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤੇ ਆ, ਇਹ ਸਾਰੀਆਂ ਰਿੱਧੀਆਂ ਸਿੱਧੀਆਂ ਬਰਕਤਾਂ ਜਿਹੜੀਆਂ ਨੇ ਉਹ ਦੌੜ ਕੇ ਮਨੁੱਖ ਦੇ ਕੋਲ ਆ ਜਾਂਦੀ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਿਹੜਾ ਸਾਰੇ ਖਜ਼ਾਨਿਆਂ ਤੋਂ ਕੀਮਤੀ ਹੈ।
ਸਾਧ ਸੰਗਤ ਭਾਵੇਂ ਇਹ ਜਗਤ ਦੇ ਅੰਦਰ ਬੜਾ ਕੁਝ ਖਰੀਦਣ ਵਾਸਤੇ ਪਿਆ, ਸੋਨਾ ਚਾਂਦੀ ਹੀਰੇ ਜਵਾਹਰਾਤ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚ ਨਾਮ ਅਮੋਲਕ ਰਤਨ ਹੈ। ਸਭ ਤੋਂ ਕੀਮਤੀ ਸੰਸਾਰ ਦੇ ਅੰਦਰ ਜੇ ਕੋਈ ਵਸਤੂ ਹੈ ਤੇ ਉਹ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ। ਪਰ ਇਹ ਪ੍ਰਾਪਤ ਕਿਵੇਂ ਹੋਵੇਗਾ? ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਜਦੋਂ ਆਪਾਂ ਗੁਰੂ ਦੇ ਦਰ ਤੇ ਚੱਲ ਕੇ ਆਵਾਂਗੇ, ਇਹ ਸਭ ਤੋਂ ਕੀਮਤੀ ਅੰਮ੍ਰਿਤ ਰੂਪੀ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇਗੀ। ਫਿਰ ਨਾਮ ਦਾ ਤੇ ਸੰਸਾਰ ਦੇ ਉੱਤੇ ਸਾਧ ਸੰਗਤ ਕਿਸੇ ਨਾਲ ਤੁਲਨਾ ਹੀ ਨਹੀਂ ਨਾ ਕੀਤੀ ਜਾ ਸਕਦੀ। ਆਪਾਂ ਗੁਰੂ ਦੇ ਦਰ ਤੇ ਆ ਕੇ ਇਹ ਵੀ ਸ਼ਬਦ ਪੜ੍ਹਦੇ ਆ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਵੀ ਜਿਹੜੇ ਬੰਦੇ ਨੇ ਗੁਰੂ ਦੇ ਦਰ ਤੇ ਆ ਕੇ ਅੰਮ੍ਰਿਤ ਰੂਪੀ ਬਾਣੀ ਪੜ੍ਹ ਲਈ, ਜਿਹੜੇ ਗੁਰੂ ਦੇ ਸ਼ਬਦ ਹੀਰਿਆਂ ਤੇ ਰਤਨਾਂ ਦੇ ਨਾਲ ਜੜੇ ਹੋਏ ਨੇ, ਔਰ ਸਾਧ ਸੰਗਤ ਉਹਨੇ ਪਿੱਛੇ ਕਿਹੜੇ ਖਜ਼ਾਨੇ ਦੀ ਬਾਕੀ ਰਹਿ ਗਈ? ਸਭ ਤੋਂ ਕੀਮਤੀ ਖਜ਼ਾਨਾ ਤੇ ਉਹਨੇ ਗੁਰੂ ਦੇ ਦਰ ਤੋਂ ਆ ਕੇ ਪ੍ਰਾਪਤ ਕਰ ਲਿਆ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣ। ਜੇ ਕਿਤੇ ਆਪਾਂ ਗੁਰੂ ਦੀ ਇੱਕ ਸਿੱਖਿਆ ਵੀ ਆਪਣੇ ਜੀਵਨ 'ਚ ਪੱਲੇ ਬੰਨ੍ਹ ਲਈਏ ਤੇ ਸਾਧ ਸੰਗਤ ਪਤਾ ਨਹੀਂ ਕਿੰਨੇ ਕੁ ਕੀਮਤੀ ਵਿਚਾਰ ਜਿਹੜੇ ਨੇ ਉਹ ਗੁਰੂ ਦੇ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਪੈਦਾ ਹੋ ਜਾਂਦੇ। ਇਸੇ ਕਰਕੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਬਚਨ ਬਖਸ਼ਿਸ਼ ਕੀਤੇ ਨੇ ਕਿ ਦੁਨੀਆ ਦੇ ਉੱਤੇ ਜੇ ਅਸੀਂ ਸ਼ਾਹ ਵਪਾਰੀ ਦੁਆਰੇ ਆਏ, ਇਸ ਸੰਸਾਰ ਰੂਪੀ ਸਾਗਰ ਵਿੱਚ ਚੱਲ ਕੇ ਆਏ ਆ, ਤੇ ਇੱਥੇ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ। ਇੱਥੇ ਆ ਕੇ ਤੇ ਅਸੀਂ ਅਮੋਲਕ ਦਾਤਾਂ ਜਿਹੜੀਆਂ ਨੇ ਉਹ ਗੁਰੂ ਨਾਨਕ ਦੇ ਘਰ ਵਿੱਚੋਂ ਆ ਕੇ ਅੰਮ੍ਰਿਤ ਵੇਲੇ ਪ੍ਰਾਪਤ ਕਰਨੀਆਂ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਾਂ ਇਹ ਬਚਨ ਬਖਸ਼ਿਸ਼ ਕੀਤੇ ਨੇ, ਤਿਸ ਵਿੱਚ ਨੌ ਨਿਧ ਨਾਮ ਏਕ। ਆ ਸਰੀਰ ਰੂਪੀ ਖੰਡ ਦੇ ਅੰਦਰ ਵੀ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਉਹ ਟਿਕਿਆ ਹੋਇਆ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹਦੀ ਭਾਲ ਕੌਣ ਕਰਦਾ ਹੈ? ਭਾਲੇ ਗੁਣੀ ਗਹੀਰ, ਜਿਹੜੇ ਗੁਣਾਂ ਦੇ ਖਜ਼ਾਨੇ ਨੇ। ਕਿਉਂਕਿ ਗੁਣੀ ਮਨੁੱਖ ਹੀ ਗੁਣਾਂ ਦੀ ਕਦਰ ਨੂੰ ਜਾਣਦਾ ਹੈ। ਜਿਸ ਬੰਦੇ ਦੇ ਅੰਦਰ ਗੁਣਵੰਤਿਆਂ ਗੁਣ ਦੇ, ਜਦੋਂ ਆਪਾਂ ਗੁਰੂ ਦੇ ਦਰ ਤੇ ਚੱਲ ਕੇ ਆਵਾਂਗੇ, ਚੰਗੇ ਗੁਣ ਗ੍ਰਹਿਣ ਕਰਾਂਗੇ, ਸਾਨੂੰ ਫਿਰ ਗੁਣਾਂ ਦੇ ਖਜ਼ਾਨੇ ਦੀ ਖਾਣ ਬਾਰੇ ਵੀ ਪਤਾ ਲੱਗ ਜਾਵੇਗਾ ਕਿ ਗੁਰੂ ਦੇ ਕੋਲ ਬੜੇ ਬੜੇ ਕੀਮਤੀ ਰਤਨ ਨੇ। ਇੱਥੇ ਤੇ ਵਪਾਰ ਹੀ ਇੱਥੇ ਆ ਕੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਕਰਨਾ ਚਾਹੀਦਾ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ ਨੇ। ਪਰ ਹਰ ਬੰਦਾ ਇੱਦਾਂ ਦਾ ਵਪਾਰੀ ਨਹੀਂ ਬਣਦਾ, ਹਰ ਬੰਦਾ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਵਪਾਰੀ ਨਹੀਂ ਬਣਦਾ। ਕਿਉਂਕਿ ਇੱਥੇ ਤੇ ਵਿਰਲੇ ਵਿਰਲੇ ਹੁੰਦੇ ਨੇ ਜਿਹੜੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਵਣਜ ਕਰਦੇ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਰਮਵੰਤੀ ਭਾਵ ਕਿ ਚੰਗੇ ਕਰਮਾਂ ਵਾਲੇ ਮਨੁੱਖ ਜਿਹੜੇ ਹੁੰਦੇ ਨੇ ਉਹ ਗੁਰੂ ਦੇ ਦਰ ਤੇ ਆ ਕੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੀ ਸਿਫਤ ਸਲਾਹ ਕਰਦੇ ਨੇ। ਕਿਵੇਂ ਕਰਦੇ ਨੇ? ਨਾਨਕ ਕਰ ਗੁਰ ਪੀਰ, ਵੀ ਗੁਰੂ ਨੂੰ ਆਪਣਾ ਮੁਰਸ਼ਦ ਧਾਰਨ ਕਰਕੇ ਚੰਗੇ ਭਾਗਾਂ ਵਾਲੇ ਮਨੁੱਖ ਹੀ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਵਣਜ ਸੰਸਾਰ ਦੇ ਉੱਤੇ ਕਰਦੇ ਨੇ। ਕਿਉਂਕਿ ਗੁਰੂ ਪੀਰ ਧਾਰਨ ਕੀਤੇ ਤੋਂ ਬਿਨਾਂ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦਾ ਵਣਜ ਨਹੀਂ ਹੋ ਸਕਦਾ। ਜਦੋਂ ਆਪਾਂ ਗੁਰੂ ਧਾਰਨ ਕਰਾਂਗੇ, ਗੁਰੂ ਸਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਚੌਥਾ ਪਹਿਰ ਸੁਬਾਹ ਕੈ ਸੁਰਤਿਆ ਉਪਜੈ ਚਾਉ। ਹੁਣ ਸਾਧ ਸੰਗਤ ਇਹ ਅੰਮ੍ਰਿਤ ਰੂਪੀ ਨਾਮ ਦਾ ਵਪਾਰ ਕਰਨ ਵਾਸਤੇ ਚੌਥੇ ਪਹਿਰ ਸੁਬਾਹ ਕੈ ਸੁਰਤਿਆ ਉਪਜੈ ਚਾਉ। ਸੁਬਾਹ ਦੇ ਚੌਥੇ ਪਹਿਰ ਤੋਂ ਭਾਵ ਇਹ ਹੈ ਕਿ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ। ਆ ਕਈ ਵਿਚਾਰ ਕਰਦੇ ਨੇ ਕਿ ਅੰਮ੍ਰਿਤ ਵੇਲਾ ਕਿਸ ਵਕਤ ਮੰਨਿਆ ਜਾਂਦਾ। ਜਿਵੇਂ ਆਪਾਂ ਇਤਿਹਾਸ ਪੜ੍ਹੀਏ ਤੇ ਆਪਾਂ ਇਤਿਹਾਸ ਦੇ ਅੰਦਰ ਇਹ ਵੀ ਪੰਨੇ ਪੜ੍ਹਦੇ ਹਾਂ ਕਿ ਬਾਬਾ ਨਾਨਕ ਜੀ ਪਹਿਰ ਰਾਤ ਉੱਠ ਕੇ ਅੰਮ੍ਰਿਤ ਵੇਲੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁਟ ਜਾਂਦੇ ਸਨ। ਪਹਿਰ ਰਾਤ ਰਹਿਣ ਤੋਂ ਭਾਵ ਇਹ ਹੁੰਦਾ ਸੀ ਕਿ 3 ਵਜੇ ਤੋਂ ਪਹਿਲਾਂ ਬਾਬਾ ਨਾਨਕ ਜੀ ਉੱਠ ਕੇ ਪਰਮਾਤਮਾ ਦੀ ਅੰਮ੍ਰਿਤ ਰੂਪੀ ਨਾਮ ਦੇ ਵਿੱਚ ਜੁੜ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਸਰੋਤੇ ਹੁੰਦੇ ਨੇ, ਸੁਰਤਿਆਂ ਭਾਵ ਕਿ ਜਿਨ੍ਹਾਂ ਦੀ ਸੁਰਤ ਚੰਗੀ ਹੁੰਦੀ, ਜਿਹੜੇ ਸੱਚੇ ਪਰਮਾਤਮਾ ਦੇ ਨਾਮ ਦੇ ਵਪਾਰੀ ਹੁੰਦੇ ਨੇ,
ਉਹ ਚੌਥੇ ਪੈਰ ਸੁਬਾਹਕ ਹੈ, ਭਾਵ ਕਿ ਚੌਥਾ ਪੈਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਦੇ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਸੁਰਤਿਆਂ ਉਪਜਾ ਚਾਉ। ਜਿਹੜੇ ਰੱਬ ਦੇ ਨਾਮ ਦੇ ਸੁਰਤ ਵਾਲੇ ਹੁੰਦੇ ਨੇ, ਰੱਬ ਦੇ ਨਾਮ ਦੀ ਵਪਾਰ ਕਰਨ ਵਾਲੇ ਸਰੋਤੇ ਹੁੰਦੇ ਨੇ, ਉਹਨਾਂ ਦੇ ਮਨ ਵਿੱਚ ਇੱਕ ਚਾਅ ਪੈਦਾ ਹੋ ਜਾਂਦਾ। ਉਹ ਚਾਅ ਕਿਹੜਾ ਪੈਦਾ ਹੁੰਦਾ? ਕਿਹਨਾਂ ਦੇ ਮਨ ਵਿੱਚ? ਜਿਨ੍ਹਾਂ ਤੇ ਰੱਬ ਦੀ ਕਿਰਪਾ ਹੁੰਦੀ, ਜਿਨ੍ਹਾਂ ਨੂੰ ਇਸ ਗੱਲ ਦਾ ਬੋਧ ਹੋ ਜਾਂਦਾ ਕਿ ਮੈਂ ਦੁਨੀਆ ਦੇ ਉੱਤੇ ਵਪਾਰ ਕਿਹੜਾ ਕਰਨਾ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਮਨ ਵਿੱਚ ਇੱਕ ਚਾਅ ਪੈਦਾ ਹੋ ਜਾਂਦਾ। ਤਿਨਾ ਦਰਿਆਵਾਂ ਸਿਉ ਦੋਸ ਤੇ ਮਨਮੁਖ ਸੱਚਾ ਨਾਉ। ਉਹਨਾਂ ਦਾ ਚਾਅ ਫਿਰ ਰੁਕਦਾ ਨਹੀਂ। ਸਾਧ ਸੰਗਤ, ਜਿਨ੍ਹਾਂ ਦੇ ਮਨ ਵਿੱਚ ਇਹ ਚਾਅ ਪੈਦਾ ਹੋ ਜਾਵੇ ਨਾ ਸਵੇਰੇ ਉੱਠਦਿਆਂ ਸਾਰ ਅੰਮ੍ਰਿਤ ਵੇਲੇ ਵਾਲਾ, ਉਹ ਚਾਅ ਫਿਰ ਰੁਕਦਾ ਨਹੀਂ। ਉਹ ਫਿਰ ਦਰਿਆਵਾਂ ਦੇ ਨਾਲ, ਉਹਨਾਂ ਦਰਿਆਵਾਂ ਦੇ ਨਾਲ ਜਾ ਕੇ ਦੋਸਤੀ ਕਰਦੇ। ਕਿਹੜੇ ਦਰਿਆ ਦੇ ਵਹਿਣ? ਪਰਮਾਤਮਾ ਦੀ ਬੰਦਗੀ ਵਾਲੇ ਪਾਸੇ, ਜਿਹੜੇ ਸਮੁੰਦਰ ਵਾਲੇ ਪਾਸੇ ਜਾ ਰਹੇ ਨੇ। ਜਿਹੜੇ ਦਰਿਆਵਾਂ ਦੇ ਵਹਿਣ ਸਮੁੰਦਰ ਵਾਲੇ ਪਾਸੇ ਜਾ ਰਹੇ ਨੇ। ਤੇ ਸਮੁੰਦਰ ਕੌਣ ਹੈ ਸਾਧ ਸੰਗਤ? ਪਰਮਾਤਮਾ, ਜਿਹਦੇ ਵਿੱਚ ਅਨੇਕਾਂ ਦਰਿਆ ਜਾ ਕੇ ਸਮਾ ਜਾਂਦੇ ਨੇ, ਅਨੇਕਾਂ ਸਰੋਤੇ ਜਿਹੜੇ ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਉਹ ਕੀ ਕਰਦੇ ਨੇ? ਜਿਨ੍ਹਾਂ ਦੇ ਮਨ ਵਿੱਚ ਰੱਬ ਦੇ ਅੰਮ੍ਰਿਤ ਰੂਪੀ ਨਾਮ ਦਾ ਚਾਅ ਪੈਦਾ ਹੁੰਦਾ ਹੈ, ਉਹ ਉਹਨਾਂ ਦਰਿਆਵਾਂ ਦੇ ਨਾਲ ਜਾ ਕੇ ਦੋਸਤੀ ਕਰ ਲੈਂਦੇ। ਭਾਵ ਕਿ ਸਤ ਸੰਗੀਆਂ ਦੀ ਸੰਗ ਵਿੱਚ ਜਾ ਕੇ ਬਹਿ ਜਾਂਦੇ, ਸਤ ਸੰਗਤ ਵਿੱਚ ਆ ਕੇ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ। ਜਿਵੇਂ ਆਪਾਂ ਅੰਮ੍ਰਿਤ ਵੇਲਾ ਹੁੰਦਾ ਤੇ ਗੁਰਦੁਆਰੇ ਜਾ ਕੇ ਨਿਤਨੇਮ ਦੇ ਵਿੱਚ ਜਾ ਕੇ ਸ਼ਮੂਲੀਅਤ ਕਰ ਲੈਂਦੇ। ਹੁਣ ਉਹ ਜਿਹੜਾ ਚਾਅ ਆ, ਉਹ ਜਿਹੜਾ ਅੰਦਰੋਂ ਪ੍ਰੇਮ ਦੇ ਵੇਗ ਦਾ ਹੜ੍ਹ ਹੈ, ਉਹਨੂੰ ਕਿਸੇ ਤਰੀਕੇ ਨਾਲ ਵੀ ਫਿਰ ਰੋਕਿਆ ਨਹੀਂ ਜਾ ਸਕਦਾ। ਜੇ ਇੱਕ ਵਾਰੀ ਕਿਤੇ ਚਾਅ ਪੈਦਾ ਹੋ ਜਾਵੇ, ਕਿਉਂਕਿ ਅੰਮ੍ਰਿਤ ਵੇਲਾ ਵੀ ਚਾਅ ਤੋਂ ਬਿਨਾਂ ਗੁਰੂ ਦੇ ਦਰ 'ਤੇ ਨਹੀਂ ਆਇਆ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜੇ ਕਿਤੇ ਗੁਰੂ ਕੇ ਸਿੱਖਾਂ ਦੇ ਅੰਦਰ ਇੱਦਾਂ ਦਾ ਚਾਅ ਪੈਦਾ ਹੋ ਜਾਵੇ ਨਾ, ਉਹਨਾਂ ਦਰਿਆਵਾਂ ਦੇ ਵਿੱਚ, ਹੜ੍ਹ ਵਿੱਚ ਜਾ ਕੇ ਉਹ ਬਹਿਣ ਵਿੱਚ ਜਾ ਕੇ ਬਹਿ ਜਾਂਦੇ। ਮਨਮੁਖ ਸੱਚਾ ਨਾਮ, ਕਿਹੜੇ? ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਜਿਹੜੇ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਆਪਣਾ ਪਿਆਰ ਪਾਉਂਦੇ ਨੇ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਸ ਤਰ੍ਹਾਂ ਗੁਰਮੁਖ ਜਨ ਤੇ ਉਹਨਾਂ ਦੇ ਬਹਿਣ ਦੇ ਵਿੱਚ ਆ ਕੇ ਬਹਿ ਜਾਂਦੇ ਨੇ, ਉਹਨਾਂ ਦੇ ਕੋਲ ਆ ਕੇ ਸਮਝ ਜਾਂਦੇ। ਪਰ ਜਿਹੜੇ ਮਨਮੁਖ ਹੁੰਦੇ ਨੇ, ਉਹਨਾਂ ਦੇ ਬਹਿਣ ਭੈੜੇ ਪਾਸੇ ਬਹਿ ਜਾਂਦੇ, ਉਹਨਾਂ ਦਾ ਵਿਚਾਰ ਪੁੱਠੇ ਪਾਸੇ ਜੁੜ ਜਾਂਦਾ। ਗੁਰਮੁਖ ਜਨ ਅੰਮ੍ਰਿਤ ਵੇਲੇ ਆ ਕੇ ਗੁਰੂ ਦੇ ਦਰ 'ਤੇ ਪਹੁੰਚ ਜਾਂਦੇ। ਉੱਥੇ ਅੰਮ੍ਰਿਤ ਵੰਡੀ ਹੈ ਕਰਮੀ ਹੋਏ ਪਸਾਉ। ਪਾਤਸ਼ਾਹ ਕਹਿੰਦੇ ਕਿ ਉਹ ਕਿੱਥੇ ਆਉਂਦੇ ਨੇ? ਜਿੱਥੇ ਅੰਮ੍ਰਿਤ ਵੇਲੇ ਸਾਧ ਸੰਗਤ ਅੰਮ੍ਰਿਤ ਵੰਡਿਆ ਜਾਂਦਾ। ਜਦੋਂ ਆਪਾਂ ਗੁਰੂ ਦੇ ਦਰ 'ਤੇ ਆਉਂਦੇ ਹਾਂ, ਇੱਥੇ ਬਾਣੀ ਪੜ੍ਹੀ ਜਾਂਦੀ, ਵਿਚਾਰ ਦਾ ਵੀ ਅੰਮ੍ਰਿਤ ਵੰਡਿਆ ਜਾ ਰਿਹਾ। ਉਹ ਗੁਰੂ ਦੀ ਵਿਚਾਰ ਦਾ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੁਆਰਾ ਵੀ ਅੰਮ੍ਰਿਤ ਵੰਡਿਆ ਜਾਂਦਾ। ਕਿਉਂਕਿ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਬਾਣੀ ਜਿੱਥੇ ਪੜ੍ਹੀ ਜਾਂਦੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਦੇ ਦਰ 'ਤੇ ਅੰਮ੍ਰਿਤ ਰੂਪੀ ਨਾਮ ਦਾ ਅੰਮ੍ਰਿਤ ਵੰਡਿਆ ਜਾਂਦਾ। ਪਰ ਕਰਮੀ ਹੋਏ ਪਸਾਉ। ਹਰ ਬੰਦਾ ਤੇ ਇਹ ਅੰਮ੍ਰਿਤ ਨਹੀਂ ਨਾ ਆ ਕੇ ਅੰਮ੍ਰਿਤ ਰੂਪੀ ਬਾਣੀ ਦਾ ਪ੍ਰਾਪਤ ਕਰ ਸਕਦਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਦਾ ਵਹਿਣ ਇੱਥੇ ਵੰਡਿਆ ਜਾਂਦਾ ਤੇ ਗੁਰਮੁਖ ਜਨ ਆ ਕੇ ਸਾਧ ਸੰਗਤ ਇੱਥੇ ਆ ਕੇ ਉਹ ਅੰਮ੍ਰਿਤ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਨੇ। ਅੰਮ੍ਰਿਤਮਈ ਬਾਣੀ ਪੜ੍ਹਦੇ ਨੇ, ਗੁਰੂ ਦੀ ਵਿਚਾਰ ਦੇ ਨਾਲ ਜੁੜ ਕੇ ਉਸ ਅੰਮ੍ਰਿਤ ਦੇ ਧਾਰਨੀ ਬਣ ਜਾਂਦੇ ਨੇ। ਕੰਚਨ ਕਾਇਆ ਕਸੀਐ ਵੰਨੀ ਚੜਾ ਚੜਾਓ। ਹੁਣ ਸਾਧ ਸੰਗਤ, ਜਿਹੜਾ ਬੰਦਾ ਤੇ ਸਵੇਰੇ ਉੱਠ ਕੇ ਗੁਰਦੁਆਰੇ ਚੱਲ ਕੇ ਆ ਗਿਆ ਨਾ, ਗੁਰੂ ਸਾਹਿਬ ਜੀ ਕਹਿੰਦੇ ਸਮਝ ਲਓ ਵੀ ਉਹਨੇ ਆਪਣੇ ਆਪੇ ਨੂੰ ਸਵੇਰੇ ਪਹਿਲੇ ਪੈਰ ਵਿੱਚ ਹੀ ਕੱਸ ਲਿਆ। ਕੱਸਣ ਤੋਂ ਭਾਵ ਇਹ ਹੈ ਕਿ ਜਿਵੇਂ ਸੋਨਾ ਢਿੱਲਾ ਹੋ ਜਾਵੇ, ਕੰਚਨ ਢਿੱਲਾ ਹੋ ਜਾਵੇ ਤੇ ਉਹਨੂੰ ਤਾ ਦੇ ਕੇ ਤੇ ਫਿਰ ਉਹਨੂੰ ਕੱਸਿਆ ਜਾਂਦਾ। ਔਰ ਸਾਧ ਸੰਗਤ, ਇਸੇ ਤਰ੍ਹਾਂ ਗੁਰਮੁਖ ਜਨ ਵੀ ਅੰਮ੍ਰਿਤ ਵੇਲੇ ਗੁਰੂ ਦੇ ਦਰ 'ਤੇ ਆ ਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਆਪਣੀ ਕਾਇਆ ਨੂੰ ਸਵੇਰੇ ਉੱਠ ਕੇ ਕੱਸ ਲੈਂਦੇ। ਮਨਮੁਖ ਤੇ ਸਾਰਾ ਦਿਨ ਢਿੱਲੇ ਤੁਰੇ ਫਿਰਦੇ। ਗੁਰਮੁਖ ਜਨ ਅੰਮ੍ਰਿਤ ਵੇਲੇ ਆ ਕੇ ਬਾਣੀ ਪੜ੍ਹ ਕੇ ਸੁਚੇਤ ਹੋ ਜਾਂਦੇ ਕਿ ਅੱਜ ਦਾ ਜੀਵਨ ਕਿਵੇਂ ਬਤੀਤ ਕਰਨਾ, ਅੱਜ ਦਾ ਦਿਨ ਬਤੀਤ ਕਿਵੇਂ ਕਰਨਾ। ਉਹ ਤੇ ਅੰਮ੍ਰਿਤ ਵੇਲੇ ਆਪਣੇ ਆਪੇ ਨੂੰ ਚੰਗਾ ਦੁਨੀਆ ਦੇ ਉੱਤੇ ਵਪਾਰ ਕਰਨ ਵਾਸਤੇ ਕੱਸ ਲੈਂਦੇ ਨੇ। ਇੰਜ ਕਹਿ ਦਈਏ ਕਿ ਉਹ ਅੰਮ੍ਰਿਤ ਵੇਲੇ ਆ ਕੇ ਬਾਣੀ ਪੜ੍ਹ ਕੇ ਗੁਰੂ ਦੀ ਅਸੀਸ ਦੇ ਪਾਤਰ ਬਣ ਕੇ ਸੁਚੇਤ ਹੋ ਜਾਂਦੇ ਨੇ। ਜੇ ਹੋਵੈ ਨਦਰ ਸਰਾਫ ਕੇ ਬਹੁੜ ਨ ਪਾਈ ਤਾਓ।
ਤੇ ਜਿਹੜੇ ਅੰਮ੍ਰਿਤ ਵੇਲੇ ਆ ਕੇ ਫਿਰ ਗੁਰੂ ਦੇ ਦਰ ਤੇ ਆ ਕੇ ਸਾਧ ਸੰਗਤ ਬੈਠ ਕੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ। ਜਿਵੇਂ ਭਗਤ ਫਰੀਦ ਜੀ ਕਹਿੰਦੇ ਨੇ, ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਲਣ ਕੁਵਾਓ। ਭਾਈ ਇੱਥੇ ਤੇ ਆ ਕੇ ਕਸਤੂਰੀ ਵੰਡੀ ਜਾਂਦੀ ਹੈ। ਜਿਹੜੇ ਸੌਣ ਵਾਲੇ ਨੇ, ਉਹ ਜਿਹੜੇ 8 ਵਜੇ ਉੱਠਣ ਵਾਲੇ ਨੇ, ਉਹ ਕਿੱਥੋਂ ਆ ਕੇ ਇਹ ਦਾਤ ਪ੍ਰਾਪਤ ਕਰਨਗੇ? ਇਹ ਤਾਂ ਉਹੀ ਪ੍ਰਾਪਤ ਕਰਨਗੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੀ ਨੀਂਦ ਗਵਾਈ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਖੁੰਝਾਇਆ ਹੁੰਦਾ ਹੈ। ਉਹੀ ਗੁਰੂ ਦੇ ਦਰ ਤੋਂ ਆ ਕੇ ਇਹ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਜੇ ਹੋਵੈ ਨਦਰ ਸਰਾਫ ਕੀ, ਬਹੁੜ ਨਾ ਪਾਈ ਤਾਓ। ਫਿਰ ਜੇ ਕਿਤੇ ਬੰਦਾ ਗੁਰੂ ਦੇ ਦਰ ਤੇ ਚੱਲ ਕੇ ਆ ਜਾਵੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਗੁਰੂ ਦੀ ਅਸੀਸ ਦਾ ਪਾਤਰ ਬਣ ਜਾਵੇ ਨਾ, ਤੇ ਸਤਿਗੁਰੂ ਪਾਤਸ਼ਾਹ ਕਹਿਣਗੇ ਫਿਰ ਉਹਨੂੰ ਕਿਸੇ ਹੋਰ ਘਾਲਣਾ ਦੀ ਲੋੜ ਨਹੀਂ ਰਹਿ ਜਾਂਦੀ। ਉਹ ਇਹ ਨਹੀਂ ਸੋਚਦਾ ਕਿ ਮੈਂ ਹੁਣ ਖੂਹ ਵਿੱਚ ਪੁੱਠਾ ਲੜਕ ਕੇ ਵੀ ਜਾ ਕੇ ਤਪ ਕਰ ਲਵਾਂ, ਜਾਂ ਮੈਂ ਕਿਸੇ ਹੋਰ ਤਰੀਕੇ ਦੁਆਰਾ ਧੂਣੀਆਂ ਤਪਾ ਕੇ ਤਪ ਕਰ ਲਵਾਂ ਵੀ ਸ਼ਾਇਦ ਰੱਬ ਇੱਦਾਂ ਜ਼ਿਆਦਾ ਖੁਸ਼ ਹੋਵੇਗਾ। ਜਿਹੜਾ ਬੰਦਾ ਅੰਮ੍ਰਿਤ ਵੇਲੇ ਗੁਰੂ ਦੇ ਦਰ ਤੇ ਆ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ, ਔਰ ਪਹਿਰ ਰਾਤ ਰਹਿੰਦੇ ਆ, ਜਿਹੜਾ ਗੁਰੂ ਦੇ ਦਰ ਤੇ ਆ ਕੇ ਰੱਬ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ। ਔਰ ਸੱਚ ਜਾਣਿਓ ਸਾਧ ਸੰਗਤ, ਆਪਾਂ ਬਚਨ ਵੀ ਪੜ੍ਹਦੇ ਹਾਂ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਇਹ ਆਪਾਂ ਬਚਨ ਗੁਰੂ ਸਾਹਿਬ ਜੀ ਦੀ ਪੜ੍ਹਦੇ ਹਾਂ ਕਿ ਗੁਰੂ ਕੇ ਸਿੱਖ ਉਹ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਜੇ ਹੋਵੈ ਨਦਰ ਸਰਾਫ ਕੀ, ਸਰਾਫ ਕਹਿੰਦੇ ਨੇ ਪਰਮਾਤਮਾ ਨੂੰ। ਜੇ ਰੱਬ ਦੀ ਨਦਰ ਦਾ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਆਉਣ ਵਾਲਾ ਇੱਕ ਵਾਰੀ ਪਾਤਰ ਬਣ ਗਿਆ ਨਾ, ਫਿਰ ਬਹੁੜ ਨਾ ਪਾਈ ਤਾਓ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਨੂੰ ਬਾਰ-ਬਾਰ ਜਿਹੜਾ ਨਾ, ਉਹਨੂੰ ਸੰਸਾਰ ਦੇ ਉੱਤੇ ਹੋਰ ਤਪ ਕਰਨ ਦੀ, ਹੋਰ ਘਾਲਣ ਦੀ ਕੋਈ ਲੋੜ ਬਾਕੀ ਨਹੀਂ ਰਹਿ ਜਾਂਦੀ। ਸੱਤੇ ਪਹਿਰੇ ਸਤ ਭਲਾ, ਬਹੀਐ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਇਹ ਤਾਂ ਹੋ ਗਈ ਸਾਧ ਸੰਗਤ ਦਿਨ ਦੇ ਪਹਿਲੇ ਪਹਿਰ ਦੀ ਸ਼ੁਰੂਆਤ। ਤੇ ਅਗਲੇ 7 ਪਹਿਰ ਫਿਰ ਬੰਦੇ ਨੇ ਕੀ ਕਰਨਾ? ਗੁਰੂ ਸਾਹਿਬ ਜੀ ਕਹਿੰਦੇ ਫਿਰ ਅਗਲੇ 7 ਪਹਿਰੀ ਬੰਦੇ ਨੇ ਦੁਨੀਆ ਦੇ ਉੱਤੇ ਆਪਣੇ ਕੰਮ ਕਾਜ ਵੀ ਕਰਨੇ ਨੇ। ਤੇ ਬਹੀਐ ਪੜਿਆ ਪਾਸ, ਪੜ੍ਹਿਆਂ ਲਿਖਿਆਂ ਦੇ ਲਾਗੇ ਜਿਹੜੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਜਿਹੜੇ ਗੁਣਾਂ ਦੇ ਖਜ਼ਾਨੇ ਹੁੰਦੇ ਨੇ, ਜਿਹੜੇ ਦੁਨੀਆ ਦੇ ਉੱਤੇ ਚੰਗੇ ਚੰਗੇ ਗੁਣਾਂ ਵਾਲੇ ਪੁਰਸ਼ ਨੇ, ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਚੰਗੇ ਗੁਣ ਧਾਰਨ ਕੀਤੇ ਨੇ, ਪੜ੍ਹੇ ਲਿਖੇ ਨੇ, ਵਿਦਵਾਨ ਨੇ, ਫਿਰ ਦਿਨ ਵੇਲੇ ਜੇ ਮੌਕਾ ਲੱਗੇ ਤੇ ਉਹਨਾਂ ਦੇ ਕੋਲ ਜਾ ਕੇ ਬੈਠਣਾ ਚਾਹੀਦਾ। ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੇ ਗੁਰਮਤਿ ਦੀ ਸੋਝੀ ਹੈ, ਜਿਹੜੇ ਰੱਬ ਦਾ ਨਾਮ ਜਪਣ ਵਾਲੇ ਨੇ, ਦਿਨ ਵੇਲੇ ਆਪਣਾ ਵਪਾਰ ਵੀ ਕਰੋ, ਕਿਉਂਕਿ ਸਾਡਾ ਗੁਰੂ ਇਹ ਨਹੀਂ ਕਹਿੰਦਾ ਕਿ ਬੰਦਿਆ ਤੈਨੂੰ ਅਗਲੇ 7 ਪਹਿਰ ਫਿਰ ਵਿਹਲਾ ਹੀ ਰਹਿਣਾ ਚਾਹੀਦਾ। ਗੁਰੂ ਸਾਹਿਬ ਜੀ ਕਹਿੰਦੇ ਅਗਲੇ 7 ਪਹਿਰ ਵੀ ਜੇ ਸਮਾਂ ਬਣੇ ਤੇ ਪੜ੍ਹਿਆਂ ਲਿਖਿਆਂ ਦੇ ਪਾਸ ਬੈਠਣਾ ਚਾਹੀਦਾ। ਕਈ ਬੰਦੇ ਇੱਦਾਂ ਦੇ ਵੀ ਹੋਣਗੇ ਜਿਹੜੇ ਗੁਰਦੁਆਰੇ ਕਿਸੇ ਰਾਗੀ ਲਾਗੇ, ਕਿਸੇ ਗ੍ਰੰਥੀ ਲਾਗੇ ਬੈਠਣਗੇ ਤੇ ਉੱਥੇ ਵੀ ਆਪੋ ਆਪਣੇ ਕਾਰੋਬਾਰਾਂ ਦੀਆਂ ਗੱਲਾਂ ਛੋਹ ਲੈਣਗੇ। ਨਹੀਂ ਸਾਧ ਸੰਗਤ, ਜਦੋਂ ਕਿਸੇ ਗੁਣੀ ਗਿਆਨੀ ਦੇ ਲਾਗੇ ਬੈਠੀਏ ਨਾ ਤੇ ਉੱਥੇ ਤੇ ਘੱਟੋ ਘੱਟ ਗੁਰਮਤ ਦੀ ਗੱਲ ਕਰਨੀ ਚਾਹੀਦੀ। ਹੁਣ ਗੁਣੀ ਗਿਆਨੀ ਲਾਗੇ ਤੁਸੀਂ ਟਰੱਕਾਂ ਦੀਆਂ ਗੱਲਾਂ ਕਰੀ ਜਾਵੋ, ਗੁਣੀ ਗਿਆਨੀ ਲਾਗੇ ਸਾਰਾ ਦਿਨ ਫੈਕਟਰੀ ਦੀਆਂ ਗੱਲਾਂ ਕਰੀ ਜਾਵੋ, ਤੇ ਉਹਨੂੰ ਕੀ ਫਾਇਦਾ? ਉਹਦੇ ਨਾਲ ਤੁਹਾਨੂੰ ਵੀ ਕੀ ਫਾਇਦਾ? ਇਸੇ ਕਰਕੇ ਜਦੋਂ ਕਿਤੇ ਗੁਣੀ ਗਿਆਨੀ ਦੇ ਲਾਗੇ ਬੈਠੀਏ ਤੇ ਗੁਰੂ ਸਾਹਿਬ ਜੀ ਕਹਿੰਦੇ ਬਹੀਆ ਪੜ੍ਹਿਆ ਪਾਸ, ਤੇ ਉੱਥੇ ਕੀ ਕਰਨਾ ਚਾਹੀਦਾ? ਉੱਥੇ ਪਾਪ ਪੁੰਨ ਵਿਚਾਰੀਏ। ਉੱਥੇ ਗੱਲ ਕਰਨੀ ਚਾਹੀਦੀ, ਭਾਈ ਸਾਹਿਬ ਜੀ ਮੈਨੂੰ ਤੇ ਗੁਰਮਤਿ ਦੀ ਸੋਝੀ ਨਹੀਂ, ਤੁਸੀਂ ਮਾੜਾ ਜਿਹਾ ਦੱਸ ਦਿਓ ਵੀ ਆਹ ਕੰਮ ਕੀਤੇ ਕਿਤੇ ਪਾਪ ਕਰਮ ਤੇ ਨਹੀਂ ਲੱਗੇਗਾ, ਵੀ ਮੈਂ ਮਾੜਾ ਕੰਮ ਤੇ ਨਹੀਂ ਕਰ ਰਿਹਾ, ਵੀ ਗੁਰਮਤਿ ਦੇ ਅਨੁਸਾਰ ਇਹ ਕਾਰਜ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਉਹ ਸਾਡੇ ਕੋਲ ਪਤਾ ਨਹੀਂ। ਥੋੜਾ ਕੁ ਸਮਾਂ ਬੈਠਦੇ ਨੇ ਤੇ ਉਹਨਾਂ ਦਾ ਕਿੰਨਾ ਕੀਮਤੀ ਸਮਾਂ ਹੁੰਦਾ। ਤੇ ਕਈ ਸਾਧ ਸੰਗਤ ਫਿਰ ਉੱਥੇ ਬੈਠ ਕੇ ਵਿਚਾਰ ਕਰਨੀ ਚਾਹੀਦੀ। ਸਤਿਗੁਰ ਕਹਿੰਦੇ ਵੀ ਉੱਥੇ ਜਾ ਕੇ, ਕਿਉਂਕਿ ਸੰਤ ਮਿਲੈ ਕਿਸ ਸੁਣੀਐ ਕਹੀਐ, ਚੁੱਪ ਵੀ ਰਹਿਣਾ ਚਾਹੀਦਾ। ਪਰ ਕਿੱਥੇ ਮਿਲੈ ਅਸੰਤ ਮਸਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਬੋਲ ਕਿਹੜੇ ਬੋਲਣੇ ਚਾਹੀਦੇ? ਐਸੇ ਬੋਲ ਬੋਲਣੇ ਚਾਹੀਦੇ ਨੇ ਗੁਣੀ ਗਿਆਨੀਆਂ ਦੇ ਲਾਗੇ ਬੈਠ ਕੇ। ਉੱਥੇ ਪਾਪ ਪੁੰਨ ਵਿਚਾਰੀ ਹੈ ਵੀ ਆਹ ਕਰਮ ਕੀਤਿਆਂ ਕਿਤੇ ਪਾਪ ਤੇ ਨਹੀਂ ਹੁੰਦਾ, ਵੀ ਆਹ ਕਰਮ ਮੈਂ ਕਰ ਰਿਹਾ ਇਹ ਪੁੰਨ ਵਾਲਾ ਹੀ ਹੈ ਨਾ, ਇਹ ਕਿਤੇ ਪਾਪ ਵਾਲਾ ਤੇ ਨਹੀਂ। ਜਿਵੇਂ ਸਾਧ ਸੰਗਤ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ ਰਿਹਾ, ਤੇ ਭਾਈ ਸਾਹਿਬ ਜੀ ਬੜੀ ਪਿਆਰੀ ਗੱਲ ਕਹਿ ਰਹੇ ਸਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਤੇ ਆਪਾਂ
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਖੱਟਣਾ ਕੀ। ਮੈਂ ਇੱਕ ਵਾਰ ਹੈਰਾਨ ਹੋ ਗਿਆ, ਕਲਕੱਤਾ ਸਾਈਡ ਤੇ ਕਥਾ ਵਿਚਾਰ ਕਰਨ ਵਾਸਤੇ ਗਿਆ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ ਜਿਹੜੇ ਨੌਜਵਾਨ ਸੀ ਉਹਨਾਂ ਨੇ ਬਾਹਰਲੇ ਪਾਸੇ ਡੀਜੇ ਲਗਾਇਆ ਹੋਇਆ ਛਬੀਲ ਦੇ ਉੱਤੇ, ਤੇ ਡੀਜੇ ਲਗਾਉਂਦੇ ਆ ਉਹਨਾਂ ਨੇ ਗੀਤ ਲਾਏ ਹੋਏ ਨੇ ਤੇ ਗੀਤਾਂ ਦੇ ਵਿੱਚ ਉਹ ਨੱਚ ਟੱਪ ਰਹੇ। ਵੇਖੋ ਇਹਦੇ ਵਿੱਚ ਕਸੂਰਵਾਰ ਕੌਣ ਹੈ। ਮੈਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਪੁੱਤਰ ਤੁਹਾਨੂੰ ਪਤਾ ਵੀ ਇਹ ਛਬੀਲ ਕਿਉਂ ਲਾਈ ਜਾਂਦੀ? ਉਹ ਕਹਿੰਦੇ ਨਹੀਂ ਗਿਆਨੀ ਜੀ ਸਾਨੂੰ ਇਹਨਾਂ ਤੇ ਪਤਾ ਨਹੀਂ, ਪਰ ਇਹਨਾਂ ਪਤਾ ਵੀ ਹਰ ਸਾਲ ਆ ਛਬੀਲ ਵਾਲਾ ਗੁਰਪੁਰਬ ਆਉਂਦਾ ਹੈ ਤੇ ਅਸੀਂ ਉਹਨਾਂ ਦਿਨਾਂ ਦੇ ਅੰਦਰ ਇਹ ਛਬੀਲ ਲਾਉਂਦੇ। ਮੇਰੇ ਕਹਿਣ ਤੋਂ ਮੁਰਾਦ ਇਹਦੇ ਵਿੱਚ ਕਸੂਰਵਾਰ ਕੌਣ? ਸਾਧ ਸੰਗਤ ਸਾਡੇ ਪ੍ਰਬੰਧਕ। ਜੇ ਅਸੀਂ ਬੱਚਿਆਂ ਨੂੰ ਇਹ ਗੱਲ ਦੱਸੀ ਹੋਵੇਗੀ ਵੀ ਅੱਜ ਸ਼ਹੀਦੀ ਪੁਰਬ ਹੈ ਤੇ ਸ਼ਹੀਦੀ ਪੁਰਬ ਵਾਲੇ ਦਿਨ ਇਹ ਜਿਹੜੀ ਆਪਾਂ ਛਬੀਲ ਲਾ ਰਹੇ ਹਾਂ ਇਹਦਾ ਮਕਸਦ ਕੀ ਹੈ, ਕਿ ਸਾਡੇ ਬੱਚੇ ਕਦੇ ਇੱਦਾਂ ਛਬੀਲਾਂ ਲਾ ਕੇ ਡੀਜੇ ਲਾ ਕੇ ਕਦੇ ਨੱਚਣਗੇ ਨਹੀਂ। ਜਦੋਂ ਉਹਨਾਂ ਨੂੰ ਪਤਾ ਹੋਵੇਗਾ ਨਾ ਵੀ ਅੱਜ ਦੇ ਦਿਨ ਤੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਉਹਨਾਂ ਦੀ ਸੀਸ ਵਿੱਚ ਗਰਮ ਰੇਤ ਪਾ ਕੇ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਸਰੀਰ ਤਾਂ ਛਲਣੀ ਕੀਤਾ। ਦੂਸਰੀ ਬੇਨਤੀ ਕਰਾਂ ਸਾਧ ਸੰਗਤ, ਵੇਖੋ ਜੇ ਆਪਾਂ ਗੁਣੀ ਗਿਆਨੀਆਂ ਦੇ ਕੋਲ ਬੈਠਦੇ ਹਾਂ ਤੇ ਫਿਰ ਗੁਣੀ ਗਿਆਨੀਆਂ ਦੇ ਵਿਚਾਰ ਵੀ ਸਾਨੂੰ ਸਰਵਣ ਕਰਨੇ ਚਾਹੀਦੇ, ਔਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹ ਪਾਪ ਹੈ ਕਿ ਜਾਂ ਪੁੰਨ ਕੀ ਹੈ ਤੇ ਪਾਪ ਕੀ ਆ। ਆਪਾਂ ਕਹੀ ਜਾਂਦੇ ਹਾਂ ਪਰ ਮੰਨਦੇ ਨਹੀਂ। ਔਰ ਸਾਧ ਸੰਗਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਨਾ ਗੁਰੂ ਕੀ ਵਡਾਲੀ ਵਿਖੇ 1595 ਈਸਵੀ ਨੂੰ, ਤੇ ਬੜੀ ਸੰਗਤ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਇਹ ਫਰਿਆਦ ਕੀਤੀ, ਕਹਿਣ ਲੱਗੇ ਪਾਤਸ਼ਾਹ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ। ਸਤਿਗੁਰ ਕਹਿੰਦੇ ਜੀ ਦੱਸੋ। ਕਹਿੰਦੇ ਰੱਬ ਨੇ ਬੜੇ ਚਿਰਾਂ ਬਾਅਦ ਤੁਹਾਡੇ ਘਰ ਦੀ ਫਰਿਆਦ ਸੁਣੀ ਤੇ ਤੁਹਾਡੇ ਘਰ ਦੇ ਅੰਦਰ ਇਹ ਸਪੁੱਤਰ ਪੈਦਾ ਹੋਇਆ ਤੇ ਕਿਰਪਾ ਕਰੋ ਕੋਈ ਪਾਰਟੀ ਤੇ ਦਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਾਰਟੀ ਦਵਾਂਗੇ, ਪਰ ਪਾਰਟੀ ਉਹ ਦਵਾਂਗੇ, ਉਹ ਪਾਰਟੀ ਨਹੀਂ ਵੀ ਜਿਹੜੀ ਅੱਜ ਖਾਧੀ ਤੇ ਕੱਲ ਭੁੱਲ ਗਏ। ਪਾਰਟੀ ਉਹ ਦਵਾਂਗੇ ਰਹਿੰਦੇ ਸਮੇਂ ਤੱਕ ਤੁਸੀਂ ਯਾਦ ਕਰੋਗੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਪੁੱਤਰ ਦੀ ਆਮਦ ਵਿੱਚ ਕੋਈ ਦੁਨੀਆ ਦੇ ਉੱਤੇ ਪਾਰਟੀ ਦਿੱਤੀ ਸੀ। ਸਾਰੇ ਸੋਚਣ ਲੱਗ ਪਏ ਪਤਾ ਨਹੀਂ ਕਿਹੜੀ ਪਾਰਟੀ ਹੋਵੇਗੀ, ਕਿੱਦਾਂ ਦੀ ਪਾਰਟੀ ਹੋਵੇਗੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਰਟੀ ਦੇ ਰੂਪ ਦੇ ਵਿੱਚ ਸ਼ੇਹਰਟਾ ਸਾਹਿਬ ਦੀ ਧਰਤੀ ਦੇ ਉੱਤੇ 6 ਟਿੰਡਾਂ ਵਾਲਾ 6 ਹਰਟਾਂ ਵਾਲਾ ਖੂਹ ਲਗਾਇਆ। ਔਰ ਸਾਧ ਸੰਗਤ ਉਹ ਖੂਹ ਇਸ ਕਰਕੇ ਲਗਾਇਆ ਗਿਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਕਿੱਲਤ ਸੀ ਤੇ ਰਹਿੰਦੇ ਸਮੇਂ ਤੱਕ ਪਤਾ ਨਹੀਂ ਕਿੰਨੀਆਂ ਸੰਗਤਾਂ ਨੇ ਉਸ ਖੂਹ ਤੋਂ ਪਾਣੀ ਪੀਤਾ ਤੇ ਲੰਬਾ ਅਰਸਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਸੀਸਾਂ ਦਿੱਤੀਆਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ੋਭਾ ਕੀਤੇ। ਵਾਕਈ ਪਾਰਟੀ ਹੋਵੇ ਤੇ ਇਦਾਂ ਦੀ ਹੋਵੇ, ਕੋਈ ਖੁਸ਼ੀ ਦਾ ਮੌਕਾ ਹੋਵੇ, ਕੋਈ ਗਮੀ ਦਾ ਮੌਕਾ ਹੋਵੇ ਤੇ ਆਪਾਂ ਜੇ ਕਿਤੇ ਕੋਈ ਦਾਨ ਕਰਨਾ ਹੋਵੇ, ਪੁੰਨ ਕਰਨਾ ਹੋਵੇ ਤੇ ਐਸਾ ਕਰੀਏ ਰਹਿੰਦੇ ਸਮੇਂ ਤੱਕ ਲੋਕ ਯਾਦ ਕਰਨ। ਇਹ ਨਹੀਂ ਵੀ ਇੱਕ ਦਿਨ ਠੰਡੇ ਪਾਣੀ ਦੀ ਛਬੀਲ ਚਲਾਈ, ਆਪਾਂ ਸਾਲ ਭਰ ਪਤਾ ਕੀ ਕਹਿੰਦੇ ਆ, ਲੈ ਮੈਂ ਟਰੈਕਟਰ ਲੈ ਕੇ ਆਉਂਦਾ ਫਲਾਣਾ ਸੜ ਬਲ ਕੇ ਕੋਲਾ ਹੋ ਗਿਆ, ਮੈਂ ਗੱਡੀ ਲੈ ਕੇ ਆਉਂਦੀ ਫਲਾਣਾ ਸੜ ਬਲ। ਸਾਲ ਭਰ ਤੇ ਇੱਕ ਦੂਜੇ ਨੂੰ ਸਾੜਨ ਦੀਆਂ ਗੱਲਾਂ ਕਰਦੇ ਆ ਤੇ ਮਹੀਨੇ 'ਚ ਇੱਕ ਦਿਨ ਛਬੀਲ ਲਾ ਕੇ ਕਹਿੰਦੇ ਆ ਵੇਖੋ ਜੀ ਅੱਜ ਆਪਾਂ ਸਾਰਿਆਂ ਦੇ ਹਿਰਦੇ ਨੂੰ ਠੰਡਾ ਕਰਦੇ ਹਾਂ। ਹੁਣ ਸਾਧ ਸੰਗਤ ਗੱਲ ਇੱਕ ਦਿਨ ਦੀ ਛਬੀਲ ਦੀ ਨਹੀਂ, ਜੇ ਕਿਤੇ ਆਪਾਂ ਵੀ ਇਹੋ ਜਿਹਾ ਕਾਰਜ ਕਰੀਏ ਭਾਵੇਂ ਅੱਗੋਂ ਪਿੱਛੋਂ ਸਾਦਾ ਪਾਣੀ ਵੀ ਪਿਲਾ ਦਈਏ ਨਾ ਸੰਗਤ ਨੂੰ ਤਾਂ ਵੀ ਸਾਧ ਸੰਗਤ ਅਸੀਸਾਂ ਮਿਲ ਜਾਂਦੀਆਂ। ਪਰ ਆਪਾਂ ਕੀ ਕਰਦੇ ਹਾਂ, ਇੱਕੋ ਦਿਨ ਸਾਰੀਆਂ ਥਾਵਾਂ ਤੇ ਛਬੀਲ ਲਾ ਕੇ ਤੇ ਇੱਕ ਦੂਜੇ ਨੂੰ ਵੱਧ ਤੋਂ ਵੱਧ ਰੋਕ ਕੇ ਸਾਧ ਸੰਗਤ ਰੋਡ ਦੇ ਉੱਤੇ ਜਾਮ ਲਾ ਕੇ ਪਾਣੀ ਪਿਆਉਣ ਦੇ ਯਤਨ ਕਰਾਂਗੇ। ਇੱਦਾਂ ਕਿਤੇ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ। ਸਾਧ ਸੰਗਤ ਵਿਚਾਰ ਇਹ ਹੈ ਕਿ ਕਿਸੇ ਸਕੂਲ ਦੇ ਅੰਦਰ ਵੇਖ ਲਈਏ ਬੱਚਿਆਂ ਦੇ ਪੀਣ ਵਾਸਤੇ ਪਾਣੀ ਨਹੀਂ, ਜੇ ਆਪਾਂ ਸੇਵਾ ਹੀ ਕਰਨੀ ਹੈ ਤੇ ਕੁਆਂਟਲਾਂ ਦੇ ਹਿਸਾਬ ਨਾਲ ਖੰਡ ਦੀ ਸੇਵਾ ਕਰਨ ਨਾਲੋਂ ਕਿੰਨਾ ਚੰਗਾ ਹੋਵੇਗਾ ਕਿਸੇ ਸਕੂਲ ਦੇ ਅੰਦਰ ਪਾਣੀ ਵਾਲਾ ਫਰਿੱਜ ਵਾਟਰ ਲਾ ਦਈਏ, ਵਾਟਰ ਕੂਲਰ ਲਾ ਦਈਏ। ਰੋਡ ਦੇ ਉੱਤੇ ਜਿੱਥੇ ਸੰਗਤਾਂ ਕਿਤੇ ਬੱਸ ਅੱਡੇ ਤੇ ਜਾਂ ਕਿਸੇ ਹੋਰ ਥਾਂ ਤੇ ਠਹਿਰਦੀਆਂ ਉੱਥੇ ਪੀਣ ਵਾਸਤੇ ਪਾਣੀ ਨਹੀਂ ਤੇ ਆਪਾਂ ਉੱਥੇ ਪਾਣੀ ਦਾ ਕੋਈ ਵਾਟਰ ਕੂਲਰ ਲਾ ਦਈਏ ਜਾਂ ਕੋਈ ਹੋਰ ਟੂਟੀ ਲਾ ਕੇ ਭਾਵੇਂ ਸਾਦਾ ਜਲ ਵੀ ਪਿਲਾ ਦਈਏ ਨਾ, ਸਾਡੀ ਉਹ ਵੀ ਸੇਵਾ ਜਿਹੜੀ ਆ ਰੱਬ ਦੇ ਘਰ ਵਿੱਚ ਪ੍ਰਵਾਨ ਹੋਵੇਗੀ। ਇਹ ਹੁੰਦਾ ਹੈ ਸਾਧ ਸੰਗਤ ਜਦੋਂ ਆਪਾਂ ਪੜ੍ਹੇ ਲਿਖੇ ਵਿਦਵਾਨਾਂ ਦੇ ਕੋਲ ਬੈਠਾਂਗੇ ਨਾ ਤੇ ਫਿਰ ਸਾਨੂੰ ਪਤਾ ਲੱਗੇਗਾ ਉੱਥੇ ਪਾਪ ਪੁੰਨ ਵਿਚਾਰੀਏ ਕਿ ਪਾਪ ਕੀ ਹੁੰਦਾ ਤੇ ਪੁੰਨ ਕੀ ਹੁੰਦਾ। ਨਹੀਂ ਤੇ ਆਮ ਤੌਰ ਤੇ ਆਪਾਂ ਇਹਨੂੰ ਵੀ ਪੁੰਨ ਹੀ ਸਮਝ ਕੇ ਵੀ ਰੋਕ ਕੇ ਜ਼ਬਰਦਸਤੀ ਅਗਲੇ ਨੂੰ ਪਾਣੀ ਪਿਲਾਉਣਾ ਇਹ ਵੀ ਪੁੰਨ ਹੀ ਸਮਝੀ ਜਾਂਦੇ ਵੀ ਆਪਾਂ ਅੱਜ ਪਤਾ ਨਹੀਂ ਕਿੱਡਾ ਵੱਡਾ ਪੁੰਨ ਖੱਟ ਲਿਆ।
ਗੁਰੂ ਅਰਜਨ ਦੇਵ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੁਬਾਰਕ ਬਚਨ ਬਖਸ਼ਿਸ਼ ਕੀਤੇ ਨੇ ਵੀ ਜਦੋਂ ਆਪਾਂ ਪਾਪ ਪੁੰਨ ਦੀ ਵਿਚਾਰ ਕਰਾਂਗੇ ਨਾ, ਫਿਰ ਕੂੜਾ ਘਟੈ ਰਾਸ, ਫਿਰ ਸਾਡੇ ਅੰਦਰੋਂ ਕੂੜ ਜਿਹੜਾ ਭਾਵ ਕਿ ਝੂਠੀਆਂ ਵਿਚਾਰਾਂ ਦਾ ਕੂੜ ਜਿਹੜਾ ਉਹ ਘਟ ਜਾਵੇਗਾ। ਉਥੈ ਖੋਟੇ ਸੱਟੀਐ ਖਰੇ ਕੀਚੇ ਸਾਬਾਸ, ਕਹਿੰਦੇ ਇਸ ਤਰ੍ਹਾਂ ਫਿਰ ਜਦੋਂ ਬੰਦਾ ਗੁਣੀ ਗਿਆਨੀਆਂ ਦੇ ਲਾਗੇ ਬੈਠਦਾ ਨਾ, ਤੇ ਉੱਥੋਂ ਜਿਹੜੇ ਗੁਣ ਮਿਲਦੇ ਨਾ, ਉੱਥੇ ਆਪਣੇ ਮਾੜੇ ਵਿਚਾਰ ਉੱਥੇ ਸੁੱਟ ਦੇਣੇ ਚਾਹੀਦੇ ਨੇ, ਤੇ ਜਿਹੜੇ ਖਰੇ ਵਿਚਾਰ ਹੁੰਦੇ ਨੇ ਨਾ, ਉਹਨਾਂ ਨੂੰ ਸਾਬਾਸ਼ੇ ਕਹਿੰਦੇ ਆ, ਆਪਣੇ ਜੀਵਨ ਦੇ ਵਿੱਚ ਧਾਰਨ ਵੀ ਕਰ ਲੈਣਾ ਚਾਹੀਦਾ ਵੀ ਚੰਗੇ ਵਿਚਾਰ ਜਦੋਂ ਉੱਥੋਂ ਪ੍ਰਾਪਤ ਹੋਣ ਨਾ, ਇਹ ਨਾ ਸੋਚਿਆ ਕਰੋ ਵੀ ਜੇ ਗਿਆਨੀ ਜੀ ਬਾਹਰ ਮਿਲੇ ਤੇ ਉਹਨਾਂ ਨੇ ਕੋਈ ਚੰਗੀ ਗੱਲ ਕਹੀ ਤੇ ਵੀ ਉਹ ਚੰਗੀ ਨਹੀਂ, ਵੀ ਜਿਹੜੀ ਕਥਾ ਵਿੱਚ ਕਹੀ ਜਾਂਦੀ ਹੈ ਉਹੀ ਚੰਗੀ ਹੁੰਦੀ ਹੈ। ਗੁਣੀ ਗਿਆਨੀ ਬਾਹਰ ਵੀ ਕਿਸੇ ਨਾਲ ਵਿਚਾਰ ਕਰਕੇ ਕਹਿ ਸਕਦੇ ਨੇ ਕਿ ਭਾਈ ਆਹ ਗੱਲ ਤੇਰੇ ਵਾਸਤੇ ਠੀਕ ਨਹੀਂ, ਇੱਦਾਂ ਕੀਤਿਆਂ ਜਿਹੜਾ ਉਹ ਤੈਨੂੰ ਕਦੇ ਸੰਸਾਰ ਦੇ ਉੱਤੇ ਰੱਬ ਦੀ ਜਾਂ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋਣੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਬਖਸ਼ਿਸ਼ ਕਰ ਰਹੇ ਨੇ। ਇਸ ਤਰ੍ਹਾਂ ਜਿੱਥੇ ਗੁਣੀ ਗਿਆਨੀਆਂ ਦੇ ਲਾਗੇ ਬੈਠ ਕੇ ਵਿਚਾਰ ਕਰੀਏ ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉੱਥੇ ਵਿਚਾਰ ਕਰਕੇ ਸਾਨੂੰ ਪਾਪ ਪੁੰਨ ਜਿਹੜੇ ਨੇ ਉਹ ਉਹਨਾਂ ਦੀ ਵਿਚਾਰ ਕਰਕੇ ਆਪਣੇ ਖੋਟੇ ਕਰਮ ਖੋਟੀਆਂ ਵਿਚਾਰਾਂ ਉੱਥੇ ਸੁੱਟ ਦੇਣੀਆਂ ਚਾਹੀਦੀਆਂ ਨੇ, ਤੇ ਖਰੀਆਂ ਵਿਚਾਰਾਂ ਨੂੰ ਜਿਹੜਾ ਉਹ ਆਪਣੇ ਜੀਵਨ 'ਚ ਧਾਰਨ ਕਰ ਲੈਣਾ ਚਾਹੀਦਾ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ, ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਿਹੜੇ ਬੰਦੇ ਗੁਣੀ ਗਿਆਨੀਆਂ ਲਾਗੇ ਬੈਠ ਕੇ ਜਾਂ ਗੁਰੂ ਦੇ ਦਰ ਤੇ ਬੈਠ ਕੇ ਗੁਰਮਤਿ ਦੀ ਵਿਚਾਰ ਨੂੰ ਸਮਝ ਲੈਂਦੇ ਨੇ, ਉਹ ਕਦੇ ਫਾਦਲ ਤੋਂ ਭਾਵ ਕਿ ਫਜ਼ੂਲ, ਉਹ ਫਜ਼ੂਲ ਗੱਲਾਂ ਨਹੀਂ ਕਰਦੇ, ਉਹ ਰੱਬ ਨੂੰ ਛੋਟੀ ਛੋਟੀ ਗੱਲ ਦਾ ਉਲਾਮਾ ਨਹੀਂ ਦਿੰਦੇ ਕਿ ਪਰਮਾਤਮਾ ਜੀ ਤੁਸੀਂ ਇੰਜ ਨਹੀਂ ਕੀਤਾ, ਰੱਬ ਜੀ ਤੁਹਾਨੂੰ ਇੰਜ ਕਰਨਾ ਚਾਹੀਦਾ ਸੀ, ਤੁਸੀਂ ਮੇਰੇ ਨਾਲ ਮਾੜਾ ਕਰ ਦਿੱਤਾ। ਉਹ ਇੱਦਾਂ ਦੀਆਂ ਫਜ਼ੂਲ ਗੱਲਾਂ ਦੇ ਉਲਾਮੇ ਜਿਹੜੇ ਨੇ ਨਾ, ਉਹ ਪਰਮਾਤਮਾ ਨੂੰ ਨਹੀਂ ਦਿੰਦੇ। ਸਾਧ ਸੰਗਤ ਉਹ ਫਜ਼ੂਲ ਗੱਲਾਂ ਨਹੀਂ ਕਰਦੇ। ਦੁੱਖ ਸੁੱਖ ਖਸਮੈ ਪਾਸ, ਉਹ ਖਸਮ ਦੇ ਕੋਲ ਇੱਦਾਂ ਕਦੇ ਆਪਣੇ ਦੁੱਖਾਂ ਦੇ ਰੋਣੇ ਨਹੀਂ ਰੋਂਦੇ। ਉਹ ਇਹ ਨਹੀਂ ਕਹਿੰਦੇ ਰੱਬ ਜੀ ਤੁਸੀਂ ਮੈਨੂੰ ਸੁੱਖ ਦਿੱਤਾ ਤੇ ਬੜੀ ਕਿਰਪਾ ਕਰ ਦਿੱਤੀ। ਉਹ ਕਹਿੰਦੇ ਨੇ ਜੇ ਸੁੱਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਸਾਧ ਸੰਗਤ ਉਹ ਤੇ ਦੁੱਖ ਵਿੱਚ ਵੀ ਖੁਸ਼ ਰਹਿੰਦੀ। ਉਹ ਕਦੇ ਫਜ਼ੂਲ ਉਲਾਮੇ ਜਿਹੜੇ ਨੇ ਨਾ, ਉਹ ਪਰਮਾਤਮਾ ਨੂੰ ਨਹੀਂ ਦਿੰਦੇ। ਅਗਲਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਪੌਣ ਮਹੱਲਾ ਦੂਜਾ, ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਨਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਸਾਧ ਸੰਗਤ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਮਈ ਬਾਣੀ ਜੋ ਉਚਾਰਨ ਕੀਤੀ ਜਪਜੀ ਸਾਹਿਬ ਦੀ, ਉਹਦੇ ਵਿੱਚ ਵੀ 2 ਸ਼ਲੋਕ ਆਉਂਦੇ ਨੇ। ਮੂਲ ਮੰਤਰ ਗੁਰਪ੍ਰਸਾਦ ਤੋਂ ਬਾਅਦ ਜਪ ਬਾਣੀ ਦਾ ਜੋ ਸਰਲੇਖ ਹੈ, ਉਦੋਂ ਅੱਗੇ ਸ਼ਲੋਕ ਆਉਂਦਾ ਹੈ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇਸੇ ਸ਼ਲੋਕ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਵੀ ਉਚਾਰਨ ਕੀਤਾ। ਆਦ ਸੱਚ ਜੁਗਾਦ ਸੱਚ ਹੈ, ਭੀ ਦੀ ਥਾਂ ਤੇ ਭੇ ਕਰਕੇ ਉਚਾਰਨ ਕੀਤਾ। ਪਤਾ ਲੱਗਦਾ ਵੀ ਇਹ ਵੀ ਸ਼ਲੋਕ ਹੈ। ਜਿਵੇਂ ਜਪਜੀ ਸਾਹਿਬ ਦੀ ਬਾਣੀ ਤੇ ਅਖੀਰ ਤੇ ਇੱਕ ਸ਼ਲੋਕ ਆਉਂਦਾ ਹੈ ਪਵਨ ਗੁਰੂ, ਉੱਥੇ ਪਵਨ ਸ਼ਬਦ ਆਇਆ ਤੇ ਇੱਥੇ ਪੌਣ ਸ਼ਬਦ ਆਇਆ। ਥੋੜ੍ਹੇ ਜਿਹੇ ਸ਼ਬਦਾਂ ਦੇ ਭੇਦ ਦੇ ਨਾਲ ਇਹ ਸ਼ਬਦ ਜਿਹੜਾ ਇਹ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤਾ। ਮੈਂ ਬੇਨਤੀ ਕਰਾਂ, ਕਈ ਵਾਰੀ ਸਾਡੇ ਪਾਠੀ ਸਿੰਘ ਹੱਥ ਦੇ ਵਿੱਚ ਪੈਨ ਫੜਿਆ ਹੁੰਦਾ, ਜਦੋਂ ਪਾਠ ਦੀ ਡਿਊਟੀ ਤੇ ਬਹਿੰਦੇ ਨੇ ਉਹ ਸੋਚਣ ਲੱਗ ਪੈਂਦੇ ਨੇ ਵੀ ਸ਼ਾਇਦ ਇੱਥੇ ਪ੍ਰਿੰਟਿੰਗ ਪ੍ਰੈਸ ਨੂੰ ਭੁਲੇਖਾ ਲੱਗ ਗਿਆ। ਜਿਵੇਂ ਆਪਾਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ ਸਾਧ ਸੰਗਤ, ਕਹਿ ਕਮੀਰ ਕੁਲ ਜਾਤ ਪਾਤ ਤਜ ਚਿੰਟੀ ਹੋਏ ਚੁਨ ਖਾਈ, ਕਿ ਹਰ ਹੈ ਖਾਂਡ ਰੇਤ ਮੈਂ ਵਿਖਰਿਓ ਹਸਤੀ ਚੁਣਿਆ ਨਾ ਜਾਈ। ਕਹਿ ਕਮੀਰ, ਉੱਥੇ ਕਮੀਰ ਮੰਮੇ ਦੇ ਨਾਲ ਸ਼ਬਦ ਹੈ। ਤੇ ਮੈਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਸਤਿਗੁਰਾਂ ਦੇ ਦੀਦਾਰ ਕੀਤੇ, ਕਈ ਪਾਠੀ ਸਿੰਘਾਂ ਨੇ ਉੱਥੇ ਮੰਮੇ ਦੀ ਥਾਂ ਤੇ ਬੱਬਾ ਸ਼ਬਦ ਪਾਤਾ ਵੀ ਸ਼ਾਇਦ ਇਹ ਭੁਲੇਖਾ ਲੱਗ ਗਿਆ ਵੀ ਇੱਥੇ ਬੱਬਾ ਸ਼ਬਦ ਹੋ ਜਾਏਗਾ। ਇਸੇ ਤਰ੍ਹਾਂ ਕਈ ਪਾਠੀ ਸਿੰਘ ਇੱਥੇ ਵੀ ਇਹ ਭੁਲੇਖੇ ਦੇ ਨਾਲ ਇਹ ਸੋਚਣ ਲੱਗ ਪੈਂਦੇ ਨੇ ਵੀ ਸ਼ਾਇਦ ਇੱਥੇ ਗੁਰੂ ਸਾਹਿਬ ਜੀ ਨੇ ਪਵਨ ਦੀ ਥਾਂ ਤੇ ਪੌਣ ਲਿਖ ਦਿੱਤਾ, ਔਰ ਸਾਧ ਸੰਗਤ ਵੀ ਸ਼ਾਇਦ ਇਹ ਸ਼ਬਦ ਗਲਤ ਹੋ ਗਿਆ ਹੋਵੇਗਾ, ਪ੍ਰਿੰਟਿੰਗ ਪ੍ਰੈਸ ਤੋਂ ਮਿਸਟੇਕ ਲੱਗੀ ਹੋਵੇਗੀ। ਨਹੀਂ,
ਗੁਰੂ ਸਾਹਿਬ ਜੀ ਨੇ ਥੋੜ੍ਹੀਆਂ ਜੀਆਂ ਲਗਾ ਮਾਤਰਾਂ ਦੇ ਭੇਦ ਦੇ ਨਾਲ ਇਹ ਸ਼ਲੋਕ ਜਿਹੜਾ ਇਹ ਫਿਰ ਉਚਾਰਨ ਕੀਤਾ। ਜਿਵੇਂ ਜਪਜੀ ਸਾਹਿਬ ਦਾ ਅਖੀਰਲਾ ਸ਼ਲੋਕ ਆਪਾਂ ਪੜ੍ਹਦੇ ਹਾਂ, ਉਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇੱਥੇ ਵੀ ਇਹ ਸ਼ਲੋਕ ਜਿਹੜਾ ਉਹ ਉਚਾਰਨ ਕੀਤਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਕਿ ਪੌਣ ਨੂੰ ਗੁਰੂ ਕਿਹਾ। ਸਾਧ ਸੰਗਤ, ਗੁਰੂ ਹੁੰਦਾ ਜਿਹੜਾ ਮਨੁੱਖ ਨੂੰ ਆਤਮਿਕ ਜੀਵਨ ਬਖਸ਼ਦਾ ਹੈ। ਹਵਾ ਤੋਂ ਬਿਨਾਂ ਸਾਡਾ ਇਹ ਜੀਵਨ ਅਧੂਰਾ ਹੈ। ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਵੀ ਸਾਡਾ ਜੀਵਨ ਅਧੂਰਾ ਹੈ। ਗੁਰੂ ਜਿਹੜਾ ਹੈ ਉਹ ਮਨੁੱਖ ਨੂੰ ਆਤਮਿਕ ਜੀਵਨ ਬਖਸ਼ਦਾ ਹੈ ਤੇ ਹਵਾ ਸਰੀਰਕ ਜੀਵਨ ਬਖਸ਼ਦੀ ਹੈ। ਇਹ ਗੱਲ ਧਿਆਨ ਰੱਖਿਓ। ਪਾਣੀ ਪਿਤਾ, ਪਾਣੀ ਨੂੰ ਪਿਤਾ ਕਿਹਾ, ਭਾਵ ਕਿ ਪਾਣੀ ਤੋਂ ਬਿਨਾਂ ਵੀ ਮਨੁੱਖ ਦਾ ਜੀਵਨ ਅਧੂਰਾ ਹੈ। ਜਿਵੇਂ ਇੱਕ ਬਾਪ ਤੋਂ ਬਿਨਾਂ ਬੱਚਾ ਜੀਵਨ ਦੇ ਵਿੱਚ ਪੂਰਨ ਤੌਰ ਤੇ ਤਰੱਕੀ ਨਹੀਂ ਕਰ ਸਕਦਾ, ਉਸੇ ਤਰ੍ਹਾਂ ਸਾਧ ਸੰਗਤ ਇੱਥੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਵੀ ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਪਾਣੀ ਤੋਂ ਬਿਨਾਂ ਵੀ ਮਨੁੱਖ ਦਾ ਕੋਈ ਆਤਮਿਕ ਜੀਵਨ ਨਹੀਂ ਹੈ। ਇਹ ਸਰੀਰਕ ਜੀਵਨ ਕਿਤੇ ਵੀ ਖਤਮ ਹੋ ਸਕਦਾ। ਪਾਣੀ ਤੇ ਸਾਧ ਸੰਗਤ 2 ਦਿਨ ਵੀ ਪਿਆਸ ਲੱਗ ਜਾਵੇ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦੀ। ਇਹ ਪਿਤਾ ਦੀ ਤਰ੍ਹਾਂ ਇਹਦੋਂ ਬਿਨਾਂ ਵੀ ਸਾਡਾ ਜੀਵਨ ਅਧੂਰਾ ਹੈ। ਪਵਨ ਗੁਰੂ ਪਾਣੀ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਧਰਤੀ ਨੂੰ ਮਾਂ ਤਾਂ ਕਿਹਾ ਸਾਧ ਸੰਗਤ, ਧਰਤੀ ਮਾਂ ਵਰਗਾ ਫਰਜ਼ ਜਿਹੜਾ ਉਹ ਸੰਸਾਰ ਦੇ ਉੱਤੇ ਨਿਭਾ ਰਹੀ ਹੈ। ਜਿਵੇਂ ਇੱਕ ਮਾਂ ਆਪਣੀ ਛਾਤੀ ਤੇ ਬੱਚੇ ਨੂੰ ਖਿਡਾਉਂਦੀ ਹੈ, ਉਸੇ ਤਰ੍ਹਾਂ ਧਰਤੀ ਦੀ ਛਾਤੀ ਦੇ ਉੱਤੇ ਦੁਨੀਆ ਦੇ ਤਮਾਮ ਲੋਕ ਚੱਲ ਰਹੇ ਨੇ। ਧਰਤੀ ਦੀ ਛਾਤੀ ਤੇ ਜਿਵੇਂ ਮਾਂ ਬੱਚੇ ਦਾ ਮਲ ਮੂਤਰ ਸੰਭਾਲਦੀ ਹੈ, ਉਸੇ ਤਰ੍ਹਾਂ ਧਰਤੀ ਵੀ ਮਾਂ ਦਾ ਫਰਜ਼ ਨਿਭਾਉਂਦਿਆਂ ਹੋਇਆਂ ਇਹ ਮਨੁੱਖ ਦੇ ਮਲ ਮੂਤਰ ਦੀ ਸੰਭਾਲ ਕਰਦੀ ਹੈ। ਔਰ ਸਾਧ ਸੰਗਤ ਇਸੇ ਕਰਕੇ ਕਿਹਾ ਜਾਂਦਾ ਇਹ ਧਰਤੀ ਨੂੰ ਗੰਦਲਾ ਨਹੀਂ ਕਰਨਾ ਚਾਹੀਦਾ। ਵੇਖੋ, ਜੇ ਪੌਣ ਗੁਰੂ ਦੀ ਗੱਲ ਕਰੀਏ ਵੀ ਹਵਾ ਸ਼ੁੱਧ ਹੋਣੀ ਚਾਹੀਦੀ, ਕਿਉਂਕਿ ਸਾਡਾ ਸਰੀਰਕ ਜੀਵਨ ਹੈ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਅੱਜ ਦੁਨੀਆ ਦੇ ਉੱਤੇ ਹਵਾ ਨੂੰ ਗੰਦਲਾ ਕੀਤਾ ਜਾ ਰਿਹਾ ਹੋਵੇ, ਪਰ ਹਕੀਕਤ ਇਹ ਹੈ ਸਾਧ ਸੰਗਤ, ਇੰਜ ਕਹਿ ਦਈਏ ਵੀ ਜਿਵੇਂ ਅਸੀਂ ਹਵਾ ਨੂੰ ਗੰਦਾ ਕਰ ਰਹੇ ਹਾਂ, ਭਾਵੇਂ ਉਹ ਸਾਡੇ ਫੈਕਟਰੀਆਂ ਵਾਲੇ ਵੀਰ ਹੁਣ ਜਿਹੜੇ ਧੂੰਆਂ ਜਿਹੜਾ ਉਹ ਚਿਮਨੀਆਂ ਦੇ ਵਿੱਚੋਂ ਬਹੁਤ ਵੱਡੇ ਪੱਧਰ 'ਤੇ ਬਾਹਰ ਕੱਢਦੇ, ਔਰ ਕਿਸੇ ਵੀ ਤਰੀਕੇ ਨਾਲ ਭਾਵੇਂ ਸਾਡੇ ਕਿਸਾਨ ਵੀਰ ਹੁਣ ਜਿਹੜੇ ਧਰਤੀ ਦੇ ਨਾੜ ਨੂੰ ਸਾੜ ਕੇ ਇੱਦਾਂ ਕਈ ਵਾਰੀ ਹਵਾ ਨੂੰ ਦੂਸ਼ਿਤ ਕਰਦੇ ਨੇ। ਹਵਾ ਨੂੰ ਗੰਦਲਾ ਕਰਨ ਦਾ ਕੋਈ ਵੀ ਤਰੀਕਾ ਹੋ ਸਕਦਾ ਹੈ, ਪਰ ਉਹਦੇ ਵਿੱਚ ਇੱਕ ਦਾ ਨਹੀਂ ਸਮੁੱਚੀ ਮਾਨਵਤਾ ਦਾ ਨੁਕਸਾਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਗੱਲ ਦੀ ਵਿਚਾਰ ਅੱਜ ਤੋਂ 550 ਸਾਲ ਪਹਿਲਾਂ ਸਾਨੂੰ ਕਹਿ ਕੇ ਗਏ। ਉਦੋਂ ਕਿਸੇ ਨੂੰ ਗਿਆਨ ਵੀ ਨਹੀਂ ਸੀ ਹੁੰਦਾ ਕਿ ਇੱਦਾਂ ਹਵਾ ਨੂੰ ਗੰਦਲਾ ਨਹੀਂ ਕਰਨਾ ਚਾਹੀਦਾ, ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਤੇ ਧਰਤੀ ਨੂੰ ਕਦੇ ਗੰਦਲਾ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਸਮਿਆਂ 'ਚ ਸਾਧ ਸੰਗਤ ਕਿਸੇ ਨੂੰ ਇਹਨਾਂ ਚੀਜ਼ਾਂ ਬਾਰੇ ਬੋਧ ਵੀ ਨਹੀਂ ਸੀ, ਬਾਬਾ ਨਾਨਕ ਜੀ ਨੇ ਉਦੋਂ ਇਹਨਾਂ ਚੀਜ਼ਾਂ ਵਾਲੇ ਪਾਸੇ ਸਾਡਾ ਧਿਆਨ ਦਿਲਵਾਇਆ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਇਹੀ ਬਚਨ ਸਾਨੂੰ ਕਹਿ ਰਹੇ ਨੇ ਵੀ ਇੱਦਾਂ ਇਹਨਾਂ ਨੂੰ ਕਦੇ ਵੀ ਸੰਸਾਰ ਦੇ ਉੱਤੇ ਦੂਸ਼ਿਤ ਨਹੀਂ ਕਰਨਾ ਚਾਹੀਦਾ, ਕਿਉਂਕਿ ਹਵਾ ਜਿਹੜੀ ਹੈ ਉਹ ਸੰਸਾਰ ਦੇ ਉੱਤੇ ਗੁਰੂ ਦਾ ਫਰਜ਼ ਜਿਹੜਾ ਉਹ ਸਰੀਰਕ ਜੀਵਨ ਬਖਸ਼ਣ ਵਾਸਤੇ ਸੰਸਾਰ ਦੇ ਉੱਤੇ ਸਾਡੇ ਲਈ ਨਿਭਾ ਰਹੀ ਹੈ। ਦਿਨ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ, ਦਿਨ ਤੇ ਰਾਤ ਦਾਈ ਤੇ ਦਾਏ ਦਾ, ਖਿਡਾਵੀ ਤੇ ਖਿਡਾਵੇ ਦਾ ਫਰਜ਼ ਨਿਭਾ ਰਹੇ ਨੇ। ਸਵੇਰ ਹੁੰਦੀ ਹੈ, ਦਿਨ ਮਨੁੱਖ ਨੂੰ ਚਲਾਉਣਾ ਸ਼ੁਰੂ ਕਰਦਾ ਹੈ ਤੇ ਰਾਤ ਮਾਂ ਦੀ ਤਰ੍ਹਾਂ ਥਾਪੜਾ ਦੇ ਕੇ ਮਨੁੱਖ ਨੂੰ ਸਵਾਲ ਦਿੰਦੀ ਹੈ। ਇਸੇ ਤਰ੍ਹਾਂ ਦਿਨ ਤੇ ਰਾਤ ਜਿਨ੍ਹਾਂ ਦੀ ਖੇਡ ਦੇ ਅੰਦਰ ਇਹ ਜੀਵ ਸੰਸਾਰ ਰੂਪੀ ਸਾਗਰ 'ਚ ਆਪਣੀ ਜੀਵਨ ਦੀ ਖੇਡ ਖੇਡ ਰਿਹਾ, ਸਾਰਾ ਸੰਸਾਰ ਹੀ ਉਹ ਰੱਬ ਦੇ ਹੁਕਮ ਦੇ ਅਨੁਸਾਰ ਦਾਈ ਤੇ ਦਾਏ ਦੇ ਰੂਪ ਦਿਨ ਤੇ ਰਾਤ ਦੇ ਅੰਦਰ ਇਹ ਜੀਵਨ ਦੀ ਖੇਡ ਜਿਹੜੀ ਹੈ ਉਹ ਸੰਸਾਰ ਦੇ ਉੱਤੇ ਖੇਡ ਰਹੇ ਹਨ। ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਸਾਧ ਸੰਗਤ, ਚੰਗਿਆਈਆਂ ਤੇ ਬੁਰਿਆਈਆਂ ਜੋ ਰੱਬ ਦੇ ਘਰ ਦੇ ਵਿੱਚ ਮਨੁੱਖ ਦੀਆਂ ਵਾਚੀਆਂ ਜਾਂਦੀਆਂ ਨੇ, ਕਿਉਂਕਿ ਚੰਗਿਆਈਆਂ ਮਨੁੱਖ ਨੂੰ ਰੱਬ ਦੇ ਨੇੜੇ ਲੈ ਕੇ ਜਾਂਦੀਆਂ ਨੇ ਤੇ ਬੁਰਿਆਈਆਂ ਮਨੁੱਖ ਨੂੰ ਰੱਬ ਤੋਂ ਦੂਰ ਕਰ ਦਿੰਦੀਆਂ ਨੇ। ਜਿਵੇਂ ਇੱਥੇ ਸ਼ਬਦ ਆਇਆ ਸਾਧ ਸੰਗਤ ਦਿਨਸ, ਤੇ ਜਦੋਂ ਆਪਾਂ ਜਪਜੀ ਸਾਹਿਬ ਦਾ ਸ਼ਲੋਕ ਪੜ੍ਹਦੇ ਹਾਂ ਉੱਥੇ ਪੜ੍ਹਦੇ ਹਾਂ ਦਿਵਸ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਰੱਬ ਦੇ ਘਰ ਦੇ ਅੰਦਰ ਮਨੁੱਖ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਨੇ ਉਹ ਵਾਚੀਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੰਨੀ ਵਾਰ ਵੀ ਚੰਗਿਆਈਆਂ ਤੇ ਬੁਰਿਆਈਆਂ ਸ਼ਬਦ ਆਇਆ, ਉਹਦੇ ਵਿੱਚ ਚੰਗਿਆਈਆਂ ਸ਼ਬਦ ਪਹਿਲਾਂ ਆਇਆ ਤੇ ਬੁਰਿਆਈਆਂ ਬਾਅਦ ਵਿੱਚ ਆਇਆ। ਚੰਗਿਆਈ ਹਮੇਸ਼ਾ ਮਨੁੱਖ ਦੇ ਮਨ ਵਿੱਚ ਪਹਿਲਾਂ ਪੈਦਾ ਹੁੰਦੀ ਹੈ ਤੇ ਬੁਰਿਆਈ ਬਾਅਦ ਵਿੱਚ। ਸਵੇਰੇ ਉੱਠਦਿਆਂ ਸਾਰ ਪਹਿਲਾਂ ਚੰਗਾ ਵਿਚਾਰ ਪੈਦਾ ਹੁੰਦਾ, ਚੱਲ ਚੱਲੀਏ ਗੁਰਦੁਆਰੇ।
ਇਹ ਚੰਗਾ ਵਿਚਾਰ ਪੈਦਾ ਹੋਇਆ, ਨਾਲ ਹੀ ਬੁਰਾ ਵਿਚਾਰ ਪੈਦਾ ਹੋ ਗਿਆ ਵੀ ਛੱਡ ਪਰਾਂ ਜੇ 15 ਕੁ ਮਿੰਟ ਹੋਰ ਸੌਂ ਲਈਏ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਚੰਗਿਆਈਆਂ ਤੇ ਬੁਰਾਈਆਂ ਰੱਬ ਦੇ ਘਰ ਦੇ ਵਿੱਚ ਮਨੁੱਖ ਦੀਆਂ ਵਾਚੀਆਂ ਜਾਂਦੀਆਂ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਤਰ੍ਹਾਂ ਮਨੁੱਖ ਆਪਣੇ ਕਰਮਾਂ ਦੇ ਕਰਕੇ ਕੋਈ ਰੱਬ ਦੇ ਨੇੜੇ ਹੋ ਜਾਂਦਾ ਤੇ ਕੋਈ ਰੱਬ ਤੋਂ ਬੁਰੇ ਕਰਮ ਕਰਕੇ ਦੂਰ ਹੋ ਜਾਂਦਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਇਸ ਸ਼ਲੋਕ ਦੇ ਅਖੀਰਲੇ ਬੰਦ ਵਿੱਚ ਗੁਰੂ ਸਾਹਿਬ ਜੀ ਬਚਨ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਵੀ ਮਨੁੱਖ ਸੰਸਾਰ ਤੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਧਿਆਉਂਦੇ ਨੇ, ਰੱਬ ਦੇ ਨਾਮ ਦੀ ਘਾਲਣਾ ਘਾਲ ਕੇ ਸੰਸਾਰ ਦੇ ਉੱਤੇ ਜਾਂਦੇ ਨੇ, ਉਹ ਆਪਣਾ ਮੁੱਖ ਉਜਲ ਲੈ ਕੇ ਰੱਬ ਦੇ ਘਰ ਵਿੱਚ ਪਹੁੰਚ ਜਾਂਦੇ ਨੇ। ਅਤੇ ਇਸੇ ਤਰ੍ਹਾਂ ਹੋਰ ਇੱਥੇ ਹੋਰ ਸ਼ਬਦ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਅੰਗਦ ਦੇਵ ਜੀ ਨੇ ਵਰਤਿਆ। ਇੰਜ ਕਹਿ ਦਈਏ ਵੀ ਚੰਗਿਆਈਆਂ ਕਰਨ ਵਾਲੇ ਮਨੁੱਖ ਪਰਮਾਤਮਾ ਦੇ ਨੇੜੇ ਹੋ ਜਾਂਦੇ ਨੇ, ਬੁਰਾਈਆਂ ਕਰਨ ਵਾਲੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ, ਜਿਹੜੇ ਮਨੁੱਖ ਰੱਬ ਦੀ ਬੰਦਗੀ ਕਰਦੇ ਨੇ ਉਹ ਆਪਣਾ ਮੁੱਖ ਉਜਲ ਲੈ ਕੇ ਰੱਬ ਦੇ ਘਰ ਦੇ ਅੰਦਰ ਪਹੁੰਚ ਜਾਂਦੇ ਨੇ। ਇੰਜ ਕਹਿ ਦਈਏ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ। ਔਰ ਜਿਹੜੇ ਮਾੜੇ ਕਰਮ ਕਰਨ ਵਾਲੇ ਨੇ ਉਹ ਪਰਮਾਤਮਾ ਦੀ ਕਦੇ ਵੀ ਸੰਸਾਰ ਦੇ ਉੱਤੇ ਖੁਸ਼ੀ ਪ੍ਰਾਪਤ ਨਹੀਂ ਕਰਦੇ। ਪੌੜੇ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤੇ ਆਏ ਸੱਚ ਬਿਗਸਿਆ। ਇਸ ਤਰ੍ਹਾਂ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਸੱਚੇ ਦਾ ਭੋਜਨ ਗੁਰੂ ਨਾਨਕ ਸਾਹਿਬ ਜੀ ਪੌੜੀ ਦੇ ਅੰਦਰ ਬਚਨ ਬਖਸ਼ਿਸ਼ ਕਰ ਰਹੇ ਹਨ ਕਿ ਸੱਚਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਦਾ ਭੋਜਨ ਜਿਹੜਾ ਹੁੰਦਾ ਹੈ ਕਿ ਕਿਹੜਾ ਸੱਚਾ ਭੋਜਨ ਤੇ ਕਿਹੜਾ ਗੰਦਲਾ ਭੋਜਨ, ਉਹਦੇ ਬਾਰੇ ਸਾਨੂੰ ਗੁਰੂ ਸਾਹਿਬ ਜੀ ਸੰਸਾਰ ਦੇ ਉੱਤੇ ਗਿਆਨ ਜਿਹੜਾ ਉਹ ਬਚਨ ਬਖਸ਼ਿਸ਼ ਕਰਦੇ ਨੇ। ਸੱਚੇ ਹੀ ਪਤਿਆਏ ਸੱਚ ਵਿਗਸਿਆ। ਇਸ ਤਰ੍ਹਾਂ ਸੱਚ ਨਾਲ ਜੁੜੇ ਹੋਏ ਮਨੁੱਖ ਜਿਹੜੇ ਨੇ ਉਹ ਰੱਬ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਖੁਸ਼ੀਆਂ ਤੇ ਖੇੜੇ ਵਿਗਾਸ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਹਨ। ਸੱਚਾ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ। ਧੰਨ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਜੀ ਪੌੜੀ ਦੇ ਅੰਦਰ ਬਚਨ ਬਖਸ਼ਿਸ਼ ਕਰ ਰਹੇ ਨੇ। ਸੱਚਾ ਕੋਟ ਗਿਰਾਏ ਨਿਜ ਘਰ ਵਸਿਆ, ਜਿਨ੍ਹਾਂ ਨੇ ਸਰੀਰ ਰੂਪੀ ਕਿਲੇ ਦੇ ਅੰਦਰ ਸੱਚ ਨੂੰ ਧਾਰਨ ਕੀਤਾ, ਪਰਮਾਤਮਾ ਦੇ ਸੱਚੇ ਨਾਮ ਨੂੰ ਧਾਰਨ ਕੀਤਾ, ਰੱਬ ਦਾ ਨਾਮ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਵਸ ਜਾਂਦਾ ਹੈ। ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ। ਇਸ ਤਰ੍ਹਾਂ ਜਿਹੜੇ ਮਨੁੱਖ ਸਤਿਗੁਰੂ ਦੇ ਦੁਆਰਾ ਰੱਬ ਦਾ ਨਾਮ ਜਪਦੇ ਨੇ, ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਨੇ ਔਰ ਉਹ ਰੱਬ ਦੇ ਉਸ ਰਹੱਸ ਨੂੰ, ਉਸ ਭੇਦ ਨੂੰ ਸਮਝ ਲੈਂਦੇ ਨੇ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪਰਮਾਤਮਾ ਦੇ ਇਸ ਭੇਦ ਬਾਰੇ ਜਾਣ ਜਾਂਦੇ ਨੇ। ਸੱਚਾ ਦਾ ਦੀਵਾਨ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ। ਧੰਨ ਗੁਰੂ ਨਾਨਕ ਸਾਹਿਬ ਜੀ ਪੌੜੀ ਦੇ ਅਖੀਰਲੇ ਬੰਦਾਂ ਵਿੱਚ ਬਚਨ ਬਖਸ਼ਿਸ਼ ਕਰ ਰਹੇ ਹਨ। ਸੱਚਾ ਦੈ ਦੀਵਾਨ ਕੂੜ ਨਾ ਜਾਈਐ। ਜਿਹੜੇ ਮਨੁੱਖ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹ ਸੰਸਾਰ 'ਤੇ ਕੂੜੀਆਂ ਵਿਚਾਰਾਂ ਨਹੀਂ ਕਰਦੇ, ਭਾਵ ਉਹ ਝੂਠੀਆਂ ਵਿਚਾਰਾਂ ਸੰਸਾਰ ਦੇ ਉੱਤੇ ਨਹੀਂ ਕਰਦੇ। ਉਹ ਐਸੇ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਝੂਠੋ ਝੂਠ ਵਖਾਣ ਮਹਿਲ ਖਵਾਈ ਹੈ। ਜਿਹੜੇ ਮਨੁੱਖ ਸੰਸਾਰ 'ਤੇ ਝੂਠ ਬੋਲਦੇ ਨੇ ਉਹ ਰੱਬ ਰੂਪੀ ਮਹਿਲ ਨੂੰ ਇੰਜ ਕਹਿ ਦਈਏ ਵੀ ਖੋਹ ਲੈਂਦੇ ਨੇ। ਉਹ ਕਦੇ ਰੱਬ ਦੀ ਪ੍ਰਾਪਤੀ ਨਹੀਂ ਕਰਦੇ। ਝੂਠਾ ਮਨੁੱਖ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਉਹ ਪਰਮਾਤਮਾ ਰੂਪੀ ਮਹਿਲ ਨੂੰ ਜਿਹੜਾ ਹੈ ਉਹ ਆਪਣੇ ਜੀਵਨ ਦੇ ਵਿੱਚੋਂ ਖੁੰਝਾ ਲੈਂਦਾ ਹੈ। ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ। ਪੌੜੀ ਦੇ ਅਖੀਰਲੇ ਬੰਦ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ ਹਨ। ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ। ਭਾਈ ਜਿਨ੍ਹਾਂ ਦੇ ਮੱਥੇ ਦੇ ਵਿੱਚ ਪਰਮਾਤਮਾ ਦੀ ਸੱਚੀ ਅੰਮ੍ਰਿਤਮਈ ਬਾਣੀ ਦਾ ਨਿਸ਼ਾਨ ਬਣ ਜਾਂਦਾ, ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਅੰਮ੍ਰਿਤ ਰੂਪੀ ਬਾਣੀ ਵਸ ਜਾਂਦੀ ਹੈ, ਜਿਹੜੇ ਪਰਮਾਤਮਾ ਦੀ ਅੰਮ੍ਰਿਤ ਰੂਪੀ ਬਾਣੀ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦੇ ਰਸਤੇ ਵਿੱਚ ਤੇ ਰੱਬ ਦੀ ਪ੍ਰਾਪਤੀ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ। ਉਹ ਜੀਵਨ ਦੇ ਜਿਹੜੇ ਵੀ ਮਾਰਗ 'ਤੇ ਚੱਲਦੇ ਨੇ ਕਿਸੇ ਪ੍ਰਕਾਰ ਦੀ ਉਹਨਾਂ ਦੇ ਜੀਵਨ 'ਚ ਕੋਈ ਰੁਕਾਵਟ ਨਹੀਂ ਬਣਦੀ।
ਸੱਚ ਸੁਣ ਬੁੱਝ ਬਖਾਣ ਮਹਿਲ ਬੁਲਾਈਐ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੱਚੇ ਨਾਮ ਨੂੰ ਸੁਣਦੇ ਨੇ, ਸੱਚੀ ਬਾਣੀ ਨੂੰ ਸੁਣਦੇ ਨੇ, ਸੱਚੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਆਪਣੀ ਸਾਂਝ ਬਣਾਉਂਦੇ ਨੇ, ਇਸ ਗੱਲ ਨੂੰ ਬੁੱਝ ਲੈਂਦੇ ਨੇ ਤੇ ਆਪਣੇ ਜੀਵਨ ਦੇ ਵਿੱਚ ਵਿਖਿਆਨ ਵੀ ਕਰਦੇ ਨੇ। ਮਹਿਲ ਬੁਲਾਈਐ, ਇੰਜ ਕਹਿ ਦਈਏ ਕਿ ਪਰਮਾਤਮਾ ਰੂਪੀ ਮਹਿਲ ਨੂੰ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਬੁਲਾਵਾ ਦੇ ਦਿੰਦੇ ਨੇ। ਪਰਮਾਤਮਾ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਜਾਂਦਾ ਹੈ ਅਤੇ ਉਹ ਪਰਮਾਤਮਾ ਦੀ ਕਿਰਪਾ ਦੇ ਸਦਾ ਹੀ ਪਾਤਰ ਬਣੇ ਰਹਿੰਦੇ ਨੇ। 18ਵੀਂ ਪੌੜੀ ਦੇ ਨਾਲ ਜੁੜੇ ਹੋਏ 2 ਸ਼ਲੋਕਾਂ ਦੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੀ ਹੋਈ 18ਵੀਂ ਪੌੜੀ ਦੀ ਵਿਚਾਰ ਦੀ ਸਾਂਝ ਪਾਉਂਦੇ ਆ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਅਤੇ ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਾ। ਬਹੁਤ ਬਹੁਤ ਧੰਨਵਾਦ ਸਮੁੱਚੀਆਂ ਰੱਬ ਵਰਗੀਆਂ ਰੂਹਾਂ ਦਾ, ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਵੱਲੋਂ ਜੀਉ ਆਇਆਂ ਕਹਿੰਦੇ ਆ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦੀ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਲੜੀਵਾਰ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।